go sleep. जनरली किसी इंसान वास्ते ऐसा रहना आसान है? बिल्कुल नहीं, बिल्कुल आसान नहीं है। चलिए काम करते हैं मैम, इनके ऊपर बैठ जाइए। ओह बैठ जाइए और कंफर्टेबल होकर बैठे, पूरा जोर डालें। अपनी बॉडी का वेट पूरा मैंने इन पे डाल रखा है, मगर आई एम सरप्राइज। आपका वेट 55 kg। डीप स्लीप से जाएंगे इसलिए ऐदा ही ਹੁੰਦਾ ना कि बाबा जी भी सिर ते हथ लाते हैं और कहते हैं लो जी आत्मा निकल गई है, हील कर दिया है और ये ठीक हो रहे हैं। जिद्दां ही मैं तुहाडे राइट हैंड टच करांगा ना, it will move like this. This is part 1, this is part 2. यही देखे ना तुसी बिल्कुल टीवी च? बिल्कुल। लो जी, close your eyes. Eyes are locked and your hands will go up in the air, 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 and feel the push कि तुहानू पीछे की तरफ धक्का आ रहा है। Feel the push, 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 push. Get back. एकदम मैं सडन नींद में चली गई और जब सर ने मुझे उठाया तो मैं तब उठी, मेरे को कुछ याद नहीं, मैं सो गई। शायद वो सबकॉन्शियस ਇਹਨਾਂ ਨੇ ਫੀਡ ਕਰਦਾ ਮੇਰੇ ਕਿ ਜੋ ਮੈਨੂੰ ਕਮਾਂਡ ਦਿੰਦੇ ਜਾਣਗੇ ਤੇ ਉਹ ਮੇਰੇ ਨਾਲ ਹੁੰਦਾ ਜਾਏਗਾ। ਕੋਈ ਪੁਸ਼ ਕਰਦਾ ਪਿਆ, ਮੈਂ ਸੋਚੀ ਜਾਊਂਗਾ ਮੇਰੇ ਨਾਲ ਪੁਸ਼ ਹੁੰਦਾ, ਮੈਂ ਪਿੱਛੇ ਜਾਂਦਾ। ਤੁਹਾਡੇ ਉੱਪਰ ਦਿਕਸ਼ਾ ਬੈਠੀ ਸੀ, ਉਹਦਾ ਵੇਟ ਸੀ, ਫੀਲ ਹੋਇਆ ਕੁਝ? ਨਹੀਂ, ਮੈਨੂੰ ਪਤਾ ਹੀ ਨਹੀਂ ਕਿ ਕੌਣ ਬੈਠਾ ਹੈ ਕੌਣ ਨਹੀਂ, ਉਹ ਤਾਂ ਮੈਨੂੰ ਹੁਣ ਦੱਸ ਰਹੇ ਹੋ ਤੁਸੀਂ। ਕੁਝ ਸਮਝ ਨਹੀਂ ਆਇਆ, ਲਾਈਕ ਮੇਰੇ ਮਾਈਂਡ ਨੂੰ ਕਮਾਂਡ ਦਿੱਤੀ ਗਈ ਤਾਂ ਉਹ ਐਕਚੁਅਲੀ ਉਹ ਚੀਜ਼ਾਂ ਬੋਡੀ ਤੇ ਵਰਕ ਕੀਤੀਆਂ ਜਿਸ ਤਰੀਕੇ ਦੇ ਨਾਲ ਡੀਪ ਸਲੀਪ, ਔਰ ਮੈਨੂੰ ਇਦਾਂ ਲੱਗਿਆ ਪਤਾ ਨਹੀਂ ਕਿੰਨੀ ਦੇਰ ਮੈਂ ਸੋ ਲਿਆ। ਇਹਨਾਂ ਨੇ ਮੈਨੂੰ ਬਿਲੀਵ ਕਰਵਾਇਆ ਕਿ ਜੋ ਮੇਰੀ ਬਾਂਹ ਆ, ਜੋ ਮੇਰੀ ਸੱਜੀ ਬਾਂਹ ਆ, ਇੱਕ ਸਟੀਲ ਦੀ ਰੋਡ ਬਣ ਗਈ ਆ। ਤੁਹਾਡੀ ਪਾਵਰ ਸੀ ਜਿੰਨੇ ਮੈਨੂੰ ਮੇਰੀ ਬਾਂਹ ਨੂੰ ਸਟੀਲ ਬਣਾਈ ਆ। ਮੈਂ ਸੋਚ ਜ਼ਿਆਦਾ ਲਿਆ ਸੀ ਜਾਂ ਸਾਡੀ ਦੋਵਾਂ ਦਾ ਕਮਿਊਨੀਕੇਸ਼ਨ ਬਣ ਗਿਆ ਤਾਂ ਉਹ ਚੀਜ਼ ਕਨੈਕਟ ਕਰ ਗਈ। ਹੁਣ ਅਸੀਂ ਕੀ ਕਰਦੇ ਹਾਂ ਹਿਪਨੋਟਿਜ਼ਮ ਦੇ ਥਰੂ? ਤਿੰਨ ਮਾਈਂਡ ਹੁੰਦੇ, ਕੌਨਸ਼ੀਅਸ, ਸਬਕੌਨਸ਼ੀਅਸ ਔਰ ਅਨਕੌਨਸ਼ੀਅਸ। ਨਾਰਮਲੀ ਇੱਕ ਇਨਸਾਨ ਕੌਨਸ਼ੀਅਸਲੀ ਜਿਹੜੇ ਕੰਮ ਨੂੰ ਕਰਦਾ ਉਹ ਸਬਕੌਨਸ਼ੀਅਸ 'ਚ ਜਾਂਦੀ ਹੈ। ਅਸੀਂ ਇੱਥੇ ਇਹਨਾਂ ਦਾ ਕੌਨਸ਼ੀਅਸ ਮਾਈਂਡ ਹੀ ਬਾਈਪਾਸ ਕਰਦਾ ਹੈ। ਡਾਇਰੈਕਟ ਸਬਕੌਨਸ਼ੀਅਸ ਬਫੇ ਮੇਰੇ ਸਾਹਮਣੇ ਹੈ। ਹੁਣ ਇਹਦੇ 'ਚ ਅਸੀਂ ਕੁਝ ਵੀ ਪਾ ਸਕਦੇ ਹਾਂ, ਕੁਝ ਵੀ ਕੱਢ ਸਕਦੇ ਹਾਂ। ਸਿਮਿਲਰਲੀ ਤੁਸੀਂ ਦੇਖਿਆ ਹੋਵੇਗਾ ਜੋ ਲੋਕ ਬਾਬਿਆਂ ਦੇ ਕੋਲ ਜਾਂਦੇ ਆ, ਠੀਕ ਹੈ, ਬਾਬਾ ਕੀ ਕਰਦਾ ਹੈ, ਕਿਸੇ ਦੇ ਸਿਰ ਤੇ ਨਾ ਇੱਦਾਂ ਕਰਕੇ ਹੱਥ ਲਾਉਂਦਾ, ਉਂਗਲੀ ਲਾਉਂਦਾ ਔਰ ਬੰਦਾ ਨਾ ਸੌਣ ਚਲਾ ਜਾਂਦਾ, ਡੀਪ ਸਲੀਪ ਚਲਾ ਜਾਂਦਾ। ਦੇਖੋ ਚਲੇ ਗਏ 1 2 3 ਗੈਟ ਬੈਕ। ਤਾਂ ਕਿਵੇਂ ਪਤਾ ਲੱਗਦਾ ਉਹ 2-4 ਬੰਦੇ ਕਿਹੜੇ ਨੇ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਹਿਪਨੋਟਾਈਜ਼ ਕੀਤਾ ਜਾ ਸਕਦਾ? ਮੈਂ ਨਹੀਂ ਦੱਸ ਸਕਦਾ। ਕੋਈ ਪੇਸ਼ੈਂਟ ਹੈ, ਉਹ ਕਹਿੰਦੇ ਅਸੀਂ ਇਸ ਏਮਸ 'ਚ ਗਏ ਜਾਂ ਪੀਜੀਆਈ ਗਏ ਨੇ, ਵੱਡੇ ਵੱਡੇ ਹਸਪੀਟਲ 'ਚ ਗਏ, ਸਾਨੂੰ ਕੈਂਸਰ ਹੈ, ਡਾਕਟਰਸ ਨਹੀਂ ਕਿਉਰ ਕਰ ਪਾਏ। ਜਦੋਂ ਕਹਿੰਦੇ ਅਸੀਂ ਇਹਨਾਂ ਕੋਲ ਗਏ ਨਾ, ਬਾਬਾ ਜੀ ਕੋਲ ਗਏ, ਉਹਨਾਂ ਨੇ ਸਾਨੂੰ ਕਿਉਰ ਕਰਤਾ, ਸਾਡਾ ਕੈਂਸਰ ਠੀਕ ਹੋ ਗਿਆ, ਹੁਣ ਅਸੀਂ ਚੰਗੇ ਭਲੇ ਤੰਦਰੁਸਤ ਹਾਂ। ਕਿ ਉਹ ਵੀ ਹਿਪਨੋਟਿਜ਼ਮ ਦੀ ਹੀ ਐਗਜ਼ਾਮਪਲ, ਉਹ ਵੀ ਹਿਪਨੋਟਾਈਜ਼ ਹੀ ਕਰਦੇ ਨੇ। ਸਾਡੇ ਬ੍ਰੇਨ ਦੇ ਅੰਦਰ ਨਾ ਨਿਊਰੋਨਸ ਹੁੰਦੇ ਆ, ਬਿਲੀਅਨਸ ਆਫ ਨਿਊਰੋਨਸ ਨੇ, ਔਰ ਇੱਕ ਇੱਕ ਨਿਊਰੋਨ ਦੀ ਪਾਵਰ ਹੈ P4 ਕੰਪਿਊਟਰ ਤੋਂ ਜ਼ਿਆਦਾ, ਔਰ ਇੱਕ ਇੱਕ ਨਿਊਰੋਨ 90 GB ਡੇਟਾ ਸਟੋਰ ਕਰ ਸਕਦਾ ਹੈ। ਲੋਕਾਂ ਦਾ ਕੈਂਸਰ ਆਟੋਮੈਟਿਕਲੀ ਕਿਉਰ ਹੋਇਆ ਹੈ। ਮੈਂ ਜਿਹੜੀ ਬਹੁਤ ਕੁੜੀ ਘੱਟ ਬੋਲ ਪਾਉਂਦੀ ਸੀ, ਜਦ ਬੋਲਦੀ ਸੀ ਤਾਂ ਮੂੰਹ 'ਚੋਂ ਹਵਾ ਆਉਂਦੀ ਸੀ, ਮੈਂ ਉਹਦੇ ਕੋਲ ਬੁਲਵਾਇਆ, ਗੱਜੇ ਦੇ ਸਿਰ ਤੇ ਵਾਲ ਲੈ ਕੇ ਆਉਂਦੇ ਨੇ, ਠੀਕ ਹੈ। ਦਿਸ ਇਜ਼ ਪੋਸੀਬਲ। ਨਿਊਰੋ ਲਿੰਗੁਇਸਟਿਕ ਪ੍ਰੋਗਰਾਮਿੰਗ, ਠੀਕ ਹੈ, ਜਿਹਦੇ ਥਰੂ ਤੁਸੀਂ ਆਪਣੇ ਪੈਟਰਨਸ ਚੇਂਜ ਕਰ ਸਕਦੇ ਹੋ ਆਪਣੇ ਮਾਈਂਡ ਦੇ। ਤੁਹਾਡਾ ਪਰਸੈਪਸ਼ਨ ਹੈ ਕਿਸੇ ਵਾਸਤੇ ਕਿ ਤੁਸੀਂ ਨੈਗੇਟਿਵ ਹੀ ਸੋਚਦੇ ਹੋ, ਰਿਸ਼ਤਾ ਤੁਹਾਡਾ ਉਹਦੇ ਨਾਲ ਖਰਾਬ ਚੱਲ ਰਿਹਾ, NLP ਦੀ ਹੈਲਪ ਨਾਲ ਠੀਕ ਕਰ ਸਕਦੇ ਹੋ। ਪਾਸਟ ਦੀ ਮੈਮਰੀਜ਼ ਹੁੰਦੀਆਂ ਕਿ ਅੱਜ ਤੋਂ 2-4 ਸਾਲ ਪਹਿਲੇ ਉਹਨਾਂ ਨਾਲ ਜ਼ਿੰਦਗੀ 'ਚ ਕੁਝ ਗਲਤ ਹੋ ਗਿਆ, ਚਾਹੇ ਕੋਈ ਰਿਲੇਸ਼ਨशिप ग्रज है, चाहे किसी की डेथ है, चाहे कोई एक्सीडेंट है, चाहे कोई फेलियर है, इंसीडेंट्स बहुत पुराना और उन्होंने दिमाग 'ਚ है। तो मैं पिछले 5-7 सालों तो लोगों की वो बैड मैमरी डिलीट करना। अंजू बिल्कुल ठीक हो चुकी है इस टाइम से। जस्ट एक कमांड दी गई, एक कमांड सी, अंजू को कुछ नहीं पता, जमीन पर डिगी हुई है, और देन एक कमांड दी गई, अंजू बिल्कुल सामने खड़ी है।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਕਰੋਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ। ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਦੇਖੀਆਂ ਹੋਣੀਆਂ। ਕਈ ਲੋਕੀ ਕਹਿੰਦੇ ਆ ਚਮਤਕਾਰ ਹੈ, ਕਈ ਲੋਕੀ ਕਹਿੰਦੇ ਆ ਜਾਦੂ ਹੈ, ਕਈ ਲੋਕੀ ਕਹਿੰਦੇ ਆ ਕਿ ਫਲਾਣੀ ਸ਼ਕਤੀ ਹੈ, ਪਰ ਉਹਦੇ ਪਿੱਛੇ ਸਾਇੰਸ ਹੈ। ਇਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤੇ ਕਈ ਸਵਾਲ ਤੁਹਾਡੇ ਮਨਾਂ ਦੇ ਵਿੱਚ ਵੀ ਹੋਣਗੇ। ਉਹ ਸਾਰੇ ਸਵਾਲਾਂ ਦੇ ਜਵਾਬ ਅੱਜ ਹਰਮਨ ਜੀ ਦੇਣਗੇ। ਮੇਰੇ ਨਾਲ ਮੇਰੇ ਸਹਿਯੋਗੀ ਅਭਿਸ਼ੇਕ ਨੇ, ਹਰਮਨ ਜੀ ਨੇ, ਖੁਸ਼ਬੂ ਨੇ ਤੇ ਨਾਲ ਸਿਦਕ ਨੇ। ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਹਰਮਨ ਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਸ਼ੁਰੂਆਤ ਕਰਾਂਗੇ ਜੀ। ਆਖਰ ਅੱਜ ਦੇਖਣ ਨੂੰ ਕੀ ਮਿਲੂਗਾ, ਕਿਹੜੇ ਸਵਾਲਾਂ ਦੇ ਜਵਾਬ ਦੇਣ ਲਈ ਤੁਸੀਂ ਇੱਥੇ ਪਹੁੰਚੇ ਹੋ? ਦੇਖਣ ਨੂੰ, ਜਾਣਨ ਨੂੰ ਉਹ ਹਰ ਚੀਜ਼ ਮਿਲੇਗੀ ਜਿਹਨੂੰ ਅੱਜ ਤੱਕ ਚਮਤਕਾਰ ਸਮਝਿਆ ਗਿਆ ਹੈ। ਢੋਂਗੀਆਂ, ਜਾਦੂਗਰਾਂ ਤੇ ਪਖੰਡੀਆਂ ਦੇ ਦੁਆਰਾ ਜਿਹੜਾ ਸ਼ੋਸ਼ਣ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਸੀਂ ਤੁਹਾਡੇ ਅੰਦਰੋਂ ਆਤਮਾ ਕੱਢਾਂਗੇ, ਕਿਹਾ ਜਾਂਦਾ ਹੈ ਕਿ ਅਸੀਂ ਤੁਹਾਡੀ ਹੀਲਿੰਗ ਕਰ ਰਹੇ ਹਾਂ। ਕਿਸੇ ਨੂੰ ਸਿਰ ਤੇ ਹੱਥ ਲਾਉਣ ਨਾਲ ਉਹ ਸੋ ਜਾਂਦਾ ਹੈ, ਕਿਸੇ ਦੇ ਹੱਥ ਲਾਉਣ ਨਾਲ ਉਹ ਡਾਂਸ ਕਰਨ ਲੱਗ ਜਾਂਦਾ ਹੈ। ਸਾਨੂੰ ਲੱਗਦਾ ਹੈ ਇਹ ਦੇਵੀ ਸ਼ਕਤੀ ਹੈ। ਸਾਡੇ ਇੰਡੀਆ ਦੇ ਅੰਦਰ ਅਗਰ ਕਿਸੇ ਨੂੰ ਹਲਕਾ ਜਿਹਾ ਚਮਤਕਾਰ ਦਿਖਾ ਦਿਓ ਤਾਂ ਲੋਕ ਉਹਨੂੰ ਬਾਬਾ ਸਮਝਣਾ ਸ਼ੁਰੂ ਕਰ ਦਿੰਦੇ ਆ। ਉਹ ਡੇਰਿਆਂ ਤੇ ਲਾਈਨ ਲੱਗ ਜਾਂਦੀ ਹੈ। ਤੇ ਅੱਜ ਮੈਂ ਗੱਲ ਕਰਨ ਵਾਲਾ ਹਾਂ ਇੱਕ ਐਸੀ ਸਾਇੰਸ ਦੇ ਬਾਰੇ ਜੋ ਤੁਹਾਡੇ ਮਾਈਂਡ ਦੀ ਸ਼ਕਤੀ ਹੈ। ਮੇਰਾ ਨਾਮ ਹੈ ਹਰਮਨ ਸਿੰਘ ਔਰ ਮੈਂ ਇੱਕ ਮਾइंड मैकेनिज्म कोच हाँ, एक मोटिवेशनल स्पीकर हाँ, कॉर्पोरेट ट्रेनर हाँ और एक हिप्नोथेरेपिस्ट हाँ। और हिप्नोथेरेपी के थ्रू अज कई लोग तो लोगों की बीमारियां खत्म कर रहे हैं, लोगों की पास्ट दियां गलत मैमरीज नू खत्म कर रहे हैं, लोगों को हैप्पीनेस दे के जा रहे हैं। तो कुछ लोग इसका गलत यूज़ करके सिर्फ अपने निजी स्वार्थ वास्ते पखंडा जादू के नाम से, टोनिया के नाम से इसका गलत यूज़ कर रहे हैं। तो अज असी की चमत्कार और की मैजिक ते की साइंस कुछ ਉਹਦੇ ਦਰਮਿਆਨ ਦੀ ਗੱਲ ਕਰਾਂਗੇ। ਪਰ ਅਭਿਸ਼ੇਕ ਦੇ ਕਾਫੀ ਸਵਾਲ ਸੀਗੇ। ਅਭਿਸ਼ੇਕ, ਓਵਰ ਟੂ ਯੂ। ਸਭ ਤੋਂ ਪਹਿਲਾਂ ਆਪਣੇ ਸਵਾਲ ਪੁੱਛੋ, ਕਿਉਂਕਿ ਮੈਂ ਤੁਹਾਨੂੰ ਦੇਖ ਰਿਹਾ ਸੀਗਾ, ਕਿਉਂਕਿ ਤੁਸੀਂ ਸੋ ਵੀ ਗਏ ਸੀਗੇ। ਬਿਲਕੁਲ ਮੈਂ ਆਪਣਾ ਇੱਕ ਜੈਨੂਇਨ ਐਕਸਪੀਰੀਅੰਸ ਦੱਸਣਾ ਚਾਹੂੰਗਾ। ਸ਼ੂਟ ਤੋਂ ਪਹਿਲਾਂ ਜੋ ਅਸੀਂ ਕੀਤਾ ਉਹ ਇਹਨਾਂ ਨੇ ਕੁਝ ਹਿਪਨੋਟਾਈਜ਼ ਕਰਨ ਦੀ ਸਾਨੂੰ ਕੋਸ਼ਿਸ਼ ਕੀਤੀ ਔਰ ਅਸੀਂ ਹੋ ਵੀ ਗਏ। ਮੈਂ ਤੇ ਮੇਰੀ ਸਹਿਯੋਗੀ ਖੁਸ਼ਬੂ ਬਿਲਕੁਲ ਡੀਪ ਸਲੀਪ 'ਚ ਚਲੀ ਗਈ ਸੀ। ਔਰ ਮੈਂ ਆਪਣੀ ਗੱਲ ਕਰਾਂ ਤਾਂ ਇਹਨਾਂ ਨੇ ਮੈਨੂੰ ਬਿਲੀਵ ਕਰਵਾਇਆ ਕਿ ਜੋ ਮੇਰੀ ਬਾਂਹ ਆ, ਜੋ ਮੇਰੀ ਸੱਜੀ ਬਾਂਹ ਆ, ਇੱਕ ਸਟੀਲ ਦੀ ਰੋਡ ਬਣ ਗਈ ਹੈ। ਔਰ ਮੈਂ ਜਿੰਨਾ ਜ਼ਿਆਦਾ ਇਸ ਚੀਜ਼ ਨੂੰ ਸੋਚਦਾ ਰਿਹਾ ਉਹ ਸੱਚੀ ਸਟੀਲ ਦੀ ਰੋਡ ਬਣ ਗਈ। ਤਾਂ ਮੇਰਾ ਪਹਿਲਾ ਸਵਾਲ ਇਹੀ ਹੈ, ਉਹ ਤੁਹਾਡੀ ਪਾਵਰ ਸੀ ਜਿਨੇ ਮੈਨੂੰ ਮੇਰੀ ਬਾਂਹ ਨੂੰ ਸਟੀਲ ਬਣਾਈ ਹੈ? ਮੈਂ ਸੋਚ ਜ਼ਿਆਦਾ ਲਿਆ ਸੀ ਜਾਂ ਸਾਡੀ ਦੋਵਾਂ ਦਾ ਕਮਿਊਨੀਕੇਸ਼ਨ ਬਣ ਗਿਆ ਤਾਂ ਉਹ ਚੀਜ਼ ਕਨੈਕਟ ਕਰ ਗਈ? ਸਰ ਦੇਖੋ, ਤਾਂ ਨਾ ਇੱਕ ਚੀਜ਼ ਸਮਝਣ ਵਾਲੀ ਹੈ। ਮੈਂ ਤੁਹਾਨੂੰ ਥੋੜਾ ਜਿਹਾ ਟੈਕਨੀਕਲੀ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਸਾਡੇ ਨਾਲ 3 ਮਾਈਂਡ ਹੁੰਦੇ ਆ, ਮਤਲਬ ਕਿ ਮਾਈਂਡ ਦੀ 3 ਡਿਵੀਜ਼ਨਸ ਹੁੰਦੀਆਂ। ਪਹਿਲਾ ਹੁੰਦਾ ਕੌਨਸ਼ੀਅਸ ਮਾਈਂਡ, ਜਾਗਰਿਤ ਅਵਸਥਾ। ਦੂਸਰਾ ਹੁੰਦਾ ਸਬਕੌਨਸ਼ੀਅਸ ਮਾਈਂਡ, ਅਵਚੇਤਨ ਜਿਹਨੂੰ ਅਸੀਂ ਕਹਿੰਦੇ ਹਾਂ। ਤੇ ਤੀਸਰਾ ਹੁੰਦਾ ਅਨਕੌਨਸ਼ੀਅਸ, ਜਿਸ ਅਸੀਂ ਸੁੱਤੇ ਹੁੰਦੇ ਹਾਂ। ਸਾਡਾ ਨਾ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ ਨਾ, ਤੁਸੀਂ ਹਿਸਾਬ ਲਾਓ ਕਿ ਤੁਸੀਂ ਜਿੰਨੇ ਵੀ ਕੰਮ ਕਰਦੇ ਹੋ, ਉਹ ਜਿਹੜੇ ਕੰਮ ਨੂੰ ਰਿਪੀਟ ਕਰਦੇ ਜਾਂਦੇ ਹੋ, ਉਹ ਸਭ ਚੀਜ਼ਾਂ ਤੁਹਾਡੇ ਸਬਕੌਨਸ਼ੀਅਸ 'ਚ ਜਾ ਕੇ ਬਹਿ ਜਾਂਦੀਆਂ। ਜਿਵੇਂ ਕਿ ਕਾਰ ਚਲਾਉਣਾ, ਬਿਲਕੁਲ ਤੁਸੀਂ ਨਾ ਤੇ ਆਪਣੀ ਅੱਖਾਂ ਨੂੰ ਕੁਝ ਦੱਸਦੇ ਹੋ, ਆਟੋਮੈਟਿਕ ਕੰਮ ਕਰਦੀਆਂ, ਨਾ ਆਪਣੀ ਬਾਹਾਂ ਨੂੰ ਕੁਝ ਦੱਸਦੇ ਹੋ, ਆਟੋਮੈਟਿਕ ਕੰਮ ਕਰਦੀਆਂ, ਨਾ ਆਪਣੀ ਲੱਤਾਂ ਨੂੰ ਕੁਝ ਦੱਸਦੇ ਹੋ, ਆਟੋਮੈਟਿਕਲੀ ਕੰਮ ਕਰਦੀਆਂ। ਕਿਉਂਕਿ ਉਹ ਕੰਮ ਕਰਨਾ ਤੁਹਾਡੇ ਸਬਕੌਨਸ਼ੀਅਸ 'ਚ ਬੈਠਾ ਹੋਇਆ ਹੈ। ਪਰ ਉਹ ਪਹਿਲਾ ਦਿਨ ਯਾਦ ਆ ਜਿਸ ਦਿਨ ਕਾਰ ਚਲਾਉਣੀ ਸ਼ੁਰੂ ਕੀਤੀ ਸੀ? ਹੱਥ ਕੰਮੇ ਸੀ, ਬਿਲਕੁਲ ਹੈ ਨਾ, ਲੈਗਸ ਕੰਮੀਆਂ ਸੀਗੀਆਂ, ਠੀਕ ਹੈ, ਹਲਕੀ ਜਿਹੀ ਲਾਈਟ ਆ ਗਈ ਸੀ, ਤੁਸੀਂ ਰੁਕ ਗਏ ਸੀਗੇ, ਹਲਕਾ ਜਿਹਾ ਵਹੀਕਲ ਆ ਗਿਆ ਸੀ, ਤੁਸੀਂ ਡਰ ਗਏ ਸੀਗੇ। ਪਰ ਉਸੇ ਕੰਮ ਨੂੰ ਇੰਨਾ ਰਿਪੀਟਡਲੀ ਕੀਤਾ ਤੁਸੀਂ ਕਿ ਹੁਣ ਕਾਰ ਚਲਾਉਣਾ ਤੁਹਾਡੇ ਵਾਸਤੇ ਬਾएं ਹੱਥ ਦਾ ਕੰਮ ਹੈ। ਤੁਸੀਂ ਕਾਰ ਚਲਾਉਂਦੇ ਸਮੇਂ ਖਾਣਾ ਵੀ ਖਾ ਲੈਂਦੇ ਹੋ, ਮੋਬਾਈਲ ਤੇ ਗੱਲ ਵੀ ਕਰ ਲੈਂਦੇ ਹੋ, ਮਿਊਜ਼ਿਕ ਵੀ ਸੁਣ ਲੈਂਦੇ ਹੋ, ਔਰ ਕਾਰ ਚਲਾਉਂਦੇ ਕਦ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਜਾਂਦੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਯਾਨੀ ਕਿ ਇਹ ਸਭ ਚੀਜ਼ਾਂ ਇੱਕ ਸੌਫਟਵੇਅਰ ਦੇ ਰੂਪ 'ਚ ਤੁਹਾਡੇ ਸਬਕੌਨਸ਼ੀਅਸ ਮਾਈਂਡ 'ਚ ਹੈ। ਬਿਲਕੁਲ ਕੌਨਸ਼ੀਅਸਲੀ ਤੁਸੀਂ ਰਿਪੀਟਡਲੀ ਕੰਮ ਨੂੰ ਕੀਤਾ ਔਰ ਸਬਕੌਨਸ਼ੀਅਸ 'ਚ ਚਲੀ ਗਈ। ਸਿਮਿਲਰਲੀ ਮੈਂ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਦੇ ਥਰੂ ਦਿਖਾ ਰਿਹਾ। ਇਹ ਮੇਰਾ ਸਬਜੈਕਟ ਹੈ ਸਿਦਕ, ਠੀਕ ਹੈ। ਮੈਂ ਜਦ ਵੀ ਇਹਦੀ ਹੱਥ ਖੜਾ ਕਰਾਂਗਾ ਨਾ, ਇਹ ਰੋਡ ਬਣਦੀ ਹੈ। ਚੈੱਕ ਕਰੋ ਜ਼ਰਾ ਇੱਕ ਵਾਰੀ ਆ ਕੇ। ਬਿਲਕੁਲ ਮੈਂ ਐਕਸਪੀਰੀਅੰਸ ਕਰ ਪਾ ਰਹਾ ਇਹਨਾਂ ਦੀ ਜਿਹੜੀ ਬਾਂਹ ਕਾਫੀ ਸਟਿਫ ਹੈ ਔਰ ਆ ਜੋ ਉਂਗਲਾਂ ਨੇ ਇਹ ਕਾਫੀ ਮਤਲਬ ਲੂਜ਼ ਨੇ ਔਰ ਇਹ ਰੋਡ ਹੈ। ਇਹ ਚਾਹ ਕੇ ਵੀ ਨਹੀਂ ਕਰ ਸਕਦੀ, ਠੀਕ ਹੈ, ਇਹ ਚਾਹ ਕੇ ਵੀ ਨਹੀਂ ਕਰ ਸਕਦੀ। ਹੁਣ ਇਹਨਾਂ ਨੂੰ ਜਿਵੇਂ ਤੁਸੀਂ ਮੇਰੇ ਕੋਲ ਇੱਕ ਕੁਐਸਚਨ ਪੁੱਛਿਆ ਕਿ ਮੈਂ ਤੁਹਾਡਾ ਸਾਥ ਦੇ ਰਿਹਾ ਸੀ ਤੇ ਕਰਦੇ ਕਰਦੇ ਤੁਸੀਂ ਦੇਖਿਆ ਤੁਹਾਡੀ ਲੈਗਸ ਲੌਕ ਕਰਾਤੀਆਂ ਸੀ, ਤੁਸੀਂ ਚੱਲ ਨਹੀਂ ਪਾ ਰਹੇ ਸੀਗੇ, ਤੁਹਾਡਾ ਬੱਟ ਲੌਕ ਕਰਤਾ ਸੀ, ਤੁਸੀਂ ਚੇਅਰ ਤੋਂ ਖੜੇ ਨਹੀਂ ਹੋ ਪਾ ਰਹੇ ਸੀਗੇ, ਜਾਂ ਤੁਹਾਡੀ ਹੈ ਰੋਡ ਬਣਾਤੀ ਸੀ, ਤੁਸੀਂ ਥੱਲੇ ਨਹੀਂ ਕਰ ਪਾ ਰਹੇ ਸੀ। ਆਈ ਥਿੰਕ ਹੜੇ ਵੀ ਬਣ ਗਈ ਹੋਗੀ ਸ਼ਾਇਦ। ਹਾਂ ਬਿਲਕੁਲ। ਪਰ ਜਿੱਦਾਂ ਮੈਂ ਚੁਟਕੀ ਮਾਰਾਂਗਾ ਦੋਨਾਂ ਦੀ ਬਾਜੂ ਰਿਲੀਜ਼ ਹੋ ਜਾਏਗੀ।
ਹਾਂ ਬਿਲਕੁਲ ਇੱਥੇ ਸਮਝਣਾ ਪਏਗਾ ਕਿ ਜਦ ਕੋਈ ਕੰਮ ਅਸੀਂ ਕੌਨਸ਼ੀਅਸਲੀ ਕਰਦੇ ਆ ਨਾ, ਜਦ ਕੋਈ ਕੰਮ ਕੌਨਸ਼ੀਅਸਲੀ ਕਰਦੇ ਆ ਔਰ ਉਹਦੇ ਅੰਦਰ ਪੂਰਾ ਅਟੈਂਸ਼ਨ ਲਗਾਉਂਦੇ ਆ ਤੇ ਉਹ ਚੀਜ਼ ਰਿਪੀਟ ਕਰਨ ਨਾਲ, ਇਮੋਸ਼ਨ ਐਡ ਕਰਨ ਨਾਲ, ਬਿਲੀਵ ਐਡ ਕਰਨ ਨਾਲ ਸਾਡੇ ਸਬਕੌਨਸ਼ੀਅਸ 'ਚ ਚਲੀ ਜਾਂਦੀ ਹੈ। ਓਕੇ ਤੇ ਹੁਣ ਇਹ ਬਾਜੂ ਹੱਥ ਖੜੇ ਕਰਨਾ, ਇਹ ਸਬਕੌਨਸ਼ੀਅਸ 'ਚ ਜਾ ਚੁੱਕਾ ਹੈ। ਓਕੇ ਹੁਣ ਜਦ ਵੀ ਮੈਂ ਇਹਨਾਂ ਦਾ ਹੱਥ ਉੱਪਰ ਕਰਾਂਗਾ ਸਬਕੌਨਸ਼ੀਅਸ 'ਚ ਜਾਏਗਾ, ਸਬਕੌਨਸ਼ੀਅਸ 'ਚ ਪ੍ਰੋਗਰਾਮ ਹੈ Okay. ਔਰ ਇਹਨਾਂ ਦਾ ਮਾਈਂਡ ਮੇਰੇ ਇੰਡੀਕੇਸ਼ਨ ਨੂੰ ਰਿਸਪੌਂਡ ਕਰੇਗਾ। ਔਰ ਇਹਨੂੰ ਟੈਕਨੀਕਲ ਵਰਡ 'ਚ NLP 'ਚ ਬੋਲਦੇ, ਨਿਊਰੋ ਲਿੰਗੁਇਸਟਿਕ ਪ੍ਰੋਗਰਾਮਿੰਗ 'ਚ ਬੋਲਦੇ ਇਹਨੂੰ ਐਂਕਰਿੰਗ। ਐਂਕਰਿੰਗ ਸੈਂਸ ਕਿ ਇਹਨੂੰ ਟ੍ਰਿਗਰ ਬੋਲਦੇ ਆ। ਹਰ ਬੰਦਾ ਕਿਤੇ ਨਾ ਕਿਤੇ ਟ੍ਰਿਗਰ ਹੈ। ਜਿਵੇਂ ਕਿ ਕੋਈ ਬੰਦਾ ਕਹਿੰਦਾ ਕਿ ਜਦ ਤੱਕ ਮੈਂ ਰਾਤੀ ਡਰਿੰਕ ਨਹੀਂ ਕਰਾਂਗਾ ਮੈਂ ਸੋ ਨਹੀਂ ਪਾਵਾਂਗਾ, ਬਿਲਕੁਲ ਇਹ ਉਹਦਾ ਟ੍ਰਿਗਰ ਹੈ। ਕੋਈ ਕਹਿੰਦਾ ਜਦ ਤੱਕ ਮੈਂ ਸਮੋਕਿੰਗ ਨਹੀਂ ਕਰੂੰਗਾ ਮੈਂ ਸਟ੍ਰੈਸ ਫ੍ਰੀ ਨਹੀਂ ਹੋ ਪਾਊਂਗਾ, ਉਹਦਾ ਟ੍ਰਿਗਰ ਹੈ। ਕੋਈ ਕਹਿੰਦਾ ਯਾਰ ਮੈਂ ਆਪਣੇ ਬੈੱਡ पे ਜਾਊਂਗਾ ਤਾਂ ਸੋ ਪਾਊਂਗਾ। कोई कहता मेरे को जब तक मोबाइल नहीं होएगा ना मैं फ्रेश नहीं हो पाऊंगा। कोई कहता यार जब तक मतलब कि वो मेरे से बात नहीं करेगा ना बंदा तब तक मैं रिलैक्स नहीं हो पाऊंगा। यानी कि किते ना किते असी हर पर्टिकुलर काम नूं करन वास्ते, चाहे वो पॉजिटिव है चाहे नेगेटिव है, असी ट्रिगर है। ठीक है। सिमिलरली जिवें कुछ लोग स्क्रॉलिंग करना शुरू करते हैं ऑटोमेटिकली नेगेटिव होंदे जांदे हैं। ठीक है। इन्हां नूं मैं हाथ इन्हां दा हाथ खड़ा कराया, इन्हां दे माइंड 'ਚ एक बैरिकेड लग गया। बैरिकेड लग गया कि मैं ये हाथ थले कर ही नहीं सकती। ये प्रोग्रामिंग इन्हां दी कीती है। सिमिलरली कुछ लोगों के माइंड 'ਚ प्रोग्रामिंग हुई है कि मैं स्टेज ते नहीं बोल सकता। कुछ लोगों के प्रोग्रामिंग हुई है कि भाई मैं कॉन्फिडेंस मेरे अंदर आ ही नहीं सकता। कुछ लोगों के अंदर प्रोग्रामिंग हुई है कि मैं की कहते ने एरोप्लेन 'ਚ फ्लाई नहीं कर सकता। कुछ लोगों की प्रोग्रामिंग हुई है मैं कभी भी स्विमिंग नहीं कर सकता। ਲਾਈਕ ਫੋਬੀਆ, फोबियाज, फियर, फोबियाज, बिलीव्स सारे दे सारे सबकॉन्शियस च हैं। तो मैं जो समझाना चाह रहा कि वो हर काम जो तुसी कंटिन्यूसली कॉन्शियसली करते हो एक टाइम ते वो काम सबकॉन्शियस च चला जाता है। सिमिलरली थोड़ा कार चलाना, थोड़ा लैपटॉप चलाना, थोड़ा एडिटिंग करना, ब्रश करना, सब कुछ सबकॉन्शियस है। सिमिलरली थोड़े सारे बिलीव्स सबकॉन्शियस च ने, थोड़ी पास्ट की सारी मैमरी सबकॉन्शियस च ने। ठीक है। ठीक है। डर सारे सबकॉन्शियस च ने। ਹੁਣ ਅਸੀਂ ਕੀ ਕਰਦੇ ਹਾਂ ਹਿਪਨੋਟਿਜ਼ਮ ਦੇ ਥਰੂ ਤਿੰਨ ਮਾਈਂਡ ਹੁੰਦੇ, ਕੌਨਸ਼ੀਅਸ, ਸਬਕੌਨਸ਼ੀਅਸ ਔਰ ਅਨਕੌਨਸ਼ੀਅਸ। ਨਾਰਮਲੀ ਇੱਕ ਇਨਸਾਨ ਕੌਨਸ਼ੀਅਸਲੀ ਜਿਹੜੇ ਕੰਮ ਨੂੰ ਕਰਦਾ ਉਹ ਸਬਕੌਨਸ਼ੀਅਸ 'ਚ ਜਾਂਦੀ ਹੈ। ਅਸੀਂ ਇੱਥੇ ਇਹਨਾਂ ਦਾ ਕੌਨਸ਼ੀਅਸ ਮਾਈਂਡ ਹੀ ਬਾਈਪਾਸ ਕਰਤਾ ਹੈ। ਡਾਇਰੈਕਟ ਸਬਕੌਨਸ਼ੀਅਸ ਬਫੇ ਮੇਰੇ ਸਾਹਮਣੇ ਹੈ। ਹੁਣ ਇਹਦੇ 'ਚ ਅਸੀਂ ਕੁਝ ਵੀ ਪਾ ਸਕਦੇ ਹਾਂ, ਕੁਝ ਵੀ ਕੱਢ ਸਕਦੇ ਹਾਂ, ਕੰਟਰੋਲ ਕਰ ਸਕਦੇ ਹੋ। ਕੰਟਰੋਲ ਕਰ ਸਕਦੇ ਹਾਂ। ਹੁਣ ਮੈਂ ਇਹੀ ਪੁੱਛਣਾ ਚਾਹਾਂਗਾ, ਇਹਨਾਂ ਦੇ ਸਬਕੌਨਸ਼ੀਅਸ 'ਚ ਐਡ ਹੋਗਾ ਕਿ ਜਦੋਂ ਤੁਸੀਂ ਇਹਨਾਂ ਦੀ ਬਾਜ਼ੂ ਚੁੱਕੋਗੇ ਤੇ ਉਹ ਸਟਿਫ ਹੋ ਜਾਏਗੀ। ਪਰ ਕੀ ਫੋਰ ਐਗਜ਼ਾਮਪਲ ਮੈਂ ਕੋਸ਼ਿਸ਼ ਕਰਾਂ ਇਹਨਾਂ ਨੂੰ ਉੱਥੇ ਲੈ ਕੇ ਜਾਣ ਦੀ, ਖੁਦ ਉਸ ਬਾਜ਼ੂ ਨੂੰ ਉੱਥੇ ਲੈ ਕੇ ਜਾਣ, ਕਿਉਂਕਿ ਇਹਨਾਂ ਦਾ ਮਾਈਂਡ ਸਬਕੌਨਸ਼ੀਅਸ ਉੱਥੇ ਆ ਗਿਆ ਹੈ ਕਿ ਉਦੋਂ ਵੀ ਚੀਜ਼ਾਂ ਹੋਣਗੀਆਂ ਜਾਂ ਨਹੀਂ, ਕੌਨਸ਼ੀਅਸਲੀ ਇਹ ਨਹੀਂ ਕਰ ਪਾਓਗੇ। ਦੇਖੋ ਪਹਿਲੀ ਚੀਜ਼ ਤੇ ਹੈ ਕਿ ਅਗਰ ਮੈਂ ਇਹਨਾਂ ਨੂੰ ਦੱਸ ਦਾਂ ਕਿ ਕਿੱਦਾਂ ਕਰਨਾ ਹੈ ਫਿਰ ਇਹ ਕਰ ਸਕਦੇ ਨੇ। ਓਕੇ। ਠੀਕ ਹੈ। ਅਗਰ ਮੈਂ ਇਹਨਾਂ ਨੂੰ ਨਾ ਦੱਸਾਂ ਕਿ ਇਹ ਚੀਜ਼ ਕਿੱਦਾਂ ਟੁੱਟਣੀ ਹੈ ਤਾਂ ਨਹੀਂ ਤੋੜ ਸਕਦੇ, ਕਿਉਂਕਿ ਬਿਲੀਫ ਬਹੁਤ ਸਟਰੋਂਗ ਹੋ ਚੁੱਕੇ ਨੇ। ਸਿਮਿਲਰਲੀ ਤੁਸੀਂ ਦੇਖਿਆ ਹੋਗਾ ਜੋ ਲੋਕ ਬਾਬਿਆਂ ਦੇ ਕੋਲ ਜਾਂਦੇ ਆ, ਠੀਕ ਹੈ, ਬਾਬਾ ਕੀ ਕਰਦਾ ਹੈ ਕਿਸੇ ਦੇ ਸਿਰ ਤੇ ਨਾ ਇੱਦਾਂ ਕਰਕੇ ਹੱਥ ਲਾਉਂਦਾ, ਉਂਗਲੀ ਲਾਉਂਦਾ ਔਰ ਬੰਦਾ ਨਾ ਸੌਣ ਚਲਾ ਜਾਂਦਾ, ਡੀਪ ਸਲੀਪ ਚਲਾ ਜਾਂਦਾ। ਦੇਖੋ ਉਹ ਚਲੇ ਗਏ 1 2 3 ਗੈਟ ਬੈਕ। ਜਿੰਨੇ ਲੋਕ ਉੱਥੇ ਜਾਣ ਵਾਲੇ ਹੁੰਦੇ ਨੇ ਨਾ ਉਹਨਾਂ ਨੂੰ ਪਹਿਲੇ ਪਤਾ ਹੁੰਦਾ ਬਾਬਾ ਜੀ ਕੋਲ ਸ਼ਕਤੀ ਹੈਗੀ। ਓਕੇ। ਉਹ ਇੱਕ ਬਿਲੀਫ ਲੈ ਕੇ ਜਾਂਦੇ ਉਹ ਨੇ, ਪਹਿਲੇ ਹੀ ਬਿਲੀਫ ਲੈ ਕੇ ਜਾਂਦਾ, ਉਹ ਵੇਟ ਕਰ ਰਹੇ ਹੁੰਦੇ ਨੇ ਕਿ ਬਾਬਾ ਸਾਨੂੰ ਹੱਥ ਦੇ। ਤੁਸੀਂ ਦੇਖਿਆ ਹੋਗਾ ਅੱਜ ਕੱਲ੍ਹ ਇਹ ਵਾਲਾ ਕਨਸੈਪਟ ਚੱਲ ਰਿਹਾ ਬੜਾ ਹੈ। ਬਿਲਕੁਲ। ਆ ਦੇਖੋ ਜਿੱਦਾਂ ਸਿੱਧਕ ਵਾਚ ਦਿਸ, ਜਿੱਦਾਂ ਹੀ ਮੈਂ ਤੁਹਾਡੇ ਰਾਈਟ ਹੈਂਡ ਨੂੰ ਟੱਚ ਕਰਾਂਗਾ ਨਾ ਇਟ ਵਿਲ ਮੂਵ ਲਾਈਕ ਦਿਸ। ਓ ਗ੍ਰੇਟ। ਓਕੇ। ਠੀਕ ਹੈ। ਦਿਸ ਇਜ਼ ਪਾਰਟ 1, ਦਿਸ ਇਜ਼ ਪਾਰਟ 2। ਇਹੀ ਦੇਖਿਆ ਨਾ ਤੁਸੀਂ ਬਿਲਕੁਲ ਟੀਵੀ 'ਚ। ਬਿਲਕੁਲ। ਰਿਲੈਕਸ। ਤੋ ਸਿੱਧਕ ਦੇ ਸਬਕੌਨਸ਼ੀਅਸ 'ਚ ਇਹ ਫੀਡ ਹੋ ਗਿਆ ਕਿ ਤੁਸੀਂ ਉਹਨਾਂ ਨੂੰ ਕਰ ਸਕਦੇ ਹੋ, ਚੀਜ਼ ਲੈ ਕੇ ਆ ਸਕਦੇ ਹੋ, ਤੇ ਉਹ ਉਸ ਹਿਸਾਬ ਨਾਲ ਐਕਟ ਕਰਦੇ ਨੇ, ਜੋ ਕਿ ਆਮ ਲੋਕਾਂ ਨਾਲ ਹੁੰਦਾ। ਜਦੋਂ ਕਿਸੇ ਕੋਲ ਜਾਂਦੇ ਨੇ ਤਾਂ ਬਿਲੀਫ ਲੈ ਕੇ ਜਾਂਦੇ ਨੇ ਕਿ ਹਾਂ ਸਾਡੇ ਨਾਲ ਇਹ ਚੀਜ਼ ਹੋਊਗੀ, ਤਾਂ ਫਿਰ ਉਹ ਰਿਜ਼ਲਟ ਵੀ ਦੱਸਦੇ ਨੇ ਕਿ ਹਾਂ ਸਾਡਾ ਹੁਣ ਸਭ ਕੁਝ ਠੀਕ ਹੋ ਗਿਆ, ਬਾਬਾ ਜੀ ਨੇ ਠੀਕ ਕਰ ਜੀ। ਬਾਬਾ ਜੀ ਥੋੜੀ ਜਿਹੀ ਤੇ ਐਕਟਿੰਗ ਕਰਦੇ ਨੇ ਤੇ ਕੁਝ ਬਾਬਿਆਂ ਨੂੰ ਐਕਚੁਅਲ 'ਚ ਹਿਪਨੋਟਿਜ਼ਮ ਕਰਨਾ ਆਉਂਦਾ ਹੈ ਤੇ ਉਹ ਕੀ ਕਰਦੇ 2-4 ਲੋਕਾਂ ਨੂੰ ਤੇ ਐਕਚੁਅਲ 'ਚ ਹਿਪਨੋਟਾਈਜ਼ ਕਰਦੇ ਨੇ। ਓਕੇ। ਔਰ ਉਹ ਜਾ ਕੇ ਨੱਚਣਾ ਵੀ ਸ਼ੁਰੂ ਕਰਦੇ ਨੇ, ਟੱਪਣਾ ਵੀ ਸ਼ੁਰੂ ਕਰਦੇ ਨੇ, ਔਰ ਉਹਨੂੰ ਦੇਖ ਕੇ ਜਿੰਨੀ ਲੰਬੀ ਆਡੀਅנס ਹੁੰਦੀ ਹੈ ਉਹ ਸਾਰੀ ਦੀ ਸਾਰੀ ਆਟੋਮੈਟਿਕਲੀ ਹਿਪਨੋਟਾਈਜ਼ ਹੋ ਜਾਂਦੀ ਹੈ, ਉਹਨਾਂ ਨੂੰ ਕੁਝ ਕਰਨਾ ਹੀ ਨਹੀਂ ਪੈਂਦਾ। ਤੇ ਇੱਕ ਕੁਐਸਚਨ ਮੇਰਾ, ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਬਾਬਿਆਂ ਦੇ ਕੋਲ ਲੱਖਾਂ ਦੇ ਵਿੱਚ ਸੰਗਤਾਂ ਜਾਂਦੀਆਂ ਨੇ, ਤਾਂ ਕਿਵੇਂ ਪਤਾ ਲੱਗਦਾ ਉਹ 2-4 ਬੰਦੇ ਕਿਹੜੇ ਨੇ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਹਿਪਨੋਟਾਈਜ਼ ਕੀਤਾ ਜਾ ਸਕਦਾ? ਇਹ ਮੈਂ ਨਹੀਂ ਦੱਸ ਸਕਦਾ, ਸੌਰੀ।
ਅਗਰ ਮੈਂ ਹੁਣੇ ਦੱਸਾਂਗਾ, ਅਗਰ ਮੈਂ ਇਹ ਗੱਲ ਦੱਸਾਂਗਾ ਤੇ ਇਹ ਵੀਡੀਓ ਦੇਖ ਰਹੇ ਕਈ ਹੋਰ ਪਖੰਡੀ ਜਿਹੜੇ ਤਿਆਰ ਹੋਣਾ ਚਾਹ ਰਹੇ ਨੇ ਉਹਨਾਂ ਨੂੰ ਰਸਤੇ ਮਿਲ ਜਾਣਗੇ। ਨਹੀਂ ਮਤਲਬ ਫਿਰ ਵੀ ਮਤਲਬ ਲੱਖਾਂ ਲੋਕਾਂ ਦੇ ਵਿੱਚ ਉਹ ਚੀਜ਼ ਪਛਾਣਨੀ ਵੀ ਕਾਫੀ ਤੇ ਉਹ ਡਿਫਿਕਲਟ ਮੈਮ ਉਹਨਾਂ ਦੇ ਆਪਣੇ ਬੰਦੇ ਹੁੰਦੇ ਨਾ। ਓਕੇ ਤੁਸੀਂ ਨਾ ਇੱਕ ਮੂਵੀ ਹੈ Amazon ਪ੍ਰਾਈਮ ਤੇ ਟਰਾਂਸ, ਜੀ ਇੱਕ ਵਾਰੀ ਉਹ ਗੋ ਥਰੂ ਕਰਿਓ, ਤੁਹਾਨੂੰ ਪਤਾ ਲੱਗ ਜਾਏਗਾ। ਮੇਰਾ ਸਵਾਲ ਇਹੀ ਸੀ, ਜੀ ਹਿਪਨੋਟਿਜ਼ਮ ਐਗਜ਼ਿਸਟ ਕਰਦੀ ਹੈ? ਕਰਦੀ ਹੈ ਸਰ, ਕਰਦੀ ਹੈ। ਕਰਦੀ ਤੇ ਹੈ। ਦੂਸਰਾ ਜੋ ਤੁਸੀਂ ਕਹਿ ਰਹੇ ਕਿ ਜੋ ਬਾਬਿਆਂ ਕੋਲ ਜਾਂਦੇ ਨੇ, ਜੋ ਹਿਪਨੋਟਾਈਜ਼ ਕਰਦੇ ਨੇ, ਇਹ ਵੀ ਸਾਇੰਸ ਹੈ ਜਾਂ ਇਹ ਕਹਿ ਲਈ ਕੋਈ ਜਾਦੂਈ ਸ਼ਕਤੀ ਹੈ? 100% ਸਾਇੰਸ ਹੈ। 110% ਸਾਇੰਸ ਮੰਨਦੇ ਹੋ? 100% ਸਾਇੰਸ ਹੈ। ਪਰ ਕਈ Hypnotize- ਚੀਜ਼ਾਂ ਜੋ ਨੇ ਆਪਾਂ ਕਹਿੰਦੇ ਆ, ਦੇਖਦੇ ਆ, ਕਈ ਥਾਵਾਂ ਤੇ ਅਸੀਂ ਜਾਣਦੇ ਆ ਕਿ ਉਹ ਚੀਜ਼ ਸਾਇੰਟੀਫਿਕਲੀ ਨਹੀਂ ਹੋ ਸਕਦੀ, ਚਮਤਕਾਰ ਜਿਹਨੂੰ ਅਸੀਂ ਕਹਿ ਦਿੰਦੇ ਆ। ਹੁਣ ਜਿਵੇਂ ਅੱਜ ਕੱਲ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਬਾਗੇਸ਼ਵਰ ਵਾਲੇ ਬਾਬਾ ਜੀ ਨੇ, ਤੇ ਉਹਨਾਂ ਕੋਲ ਜਦੋਂ ਜਾਂਦੇ ਨੇ ਲੋਕ, ਉਹ ਪੇਪਰ ਤੇ ਲਿਖ ਕੇ ਦੇ ਦਿੰਦੇ ਨੇ ਵੀ ਇਸ ਤਰੀਕੇ ਦੇ ਨਾਲ ਹੁੰਦਾ, ਲੋਕ ਕਹਿੰਦੇ ਨੇ ਚਮਤਕਾਰ ਆ। ਤੇ ਇਹਨਾਂ ਚੀਜ਼ਾਂ ਨੂੰ ਕਿਵੇਂ? ਦੇਖੋ ਮੈਂ ਉਹਦੇ ਬਾਰੇ ਕੁਝ ਨਹੀਂ ਬੋਲਣਾ ਚਾਹਾਂਗਾ। ਕਈ ਸਾਰੇ ਮੈਂਟਲਿਸਟ ਨੇ ਆਲਰੇਡੀ ਇਸ ਚੀਜ਼ ਦੇ ਉੱਤੇ ਉਹ ਗੱਲ ਕਰ ਰਹੇ ਨੇ, ਸਾਰੇ ਤਰਕ ਸ਼ਾਸਤਰੀ ਨੇ, ਠੀਕ ਹੈ। ਮੇਰੇ ਕੋਲ ਇੰਨਾ ਗਿਆਨ ਨਹੀਂ ਹੈ ਕਿ ਮੈਂ ਲੋਕਾਂ ਦੇ ਮਨ ਦੇ ਗੱਲ ਪੜਨ ਵਾਲੀ ਗੱਲ ਤੇ ਮੈਂ ਕੁਝ ਕਮੈਂਟ ਕਰ ਸਕਾਂ। ਮੈਂ ਹਿਪਨੋਟਿਜ਼ਮ ਨੂੰ ਜਾਣਦਾ ਔਰ ਹਿਪਨੋਟਿਜ਼ਮ ਕਿੱਦਾਂ ਵਰਕ ਕਰਦਾ ਹੈ, ਮੈਂ ਸਿਰਫ ਉਹ ਤੁਹਾਨੂੰ ਪ੍ਰੈਕਟੀਕਲੀ ਕਰਕੇ ਦਿਖਾ ਸਕਦਾ। ਇਸ ਟੌਪਿਕ ਤੇ ਮੈਂ ਕੁਝ ਕਹਿ ਨਹੀਂ ਸਕਦਾ। ਹਿਪਨੋਟਿਜ਼ਮ ਨੂੰ ਲੈ ਕੇ ਮੇਰਾ ਇੱਕ ਹੋਰ ਸਵਾਲ ਹੈ। ਜਿੱਦਾਂ ਫੋਰ ਐਗਜ਼ਾਮਪਲ ਕੋਈ ਪੇਸ਼ੈਂਟ ਹੈ, ਉਹ ਕਹਿੰਦੇ ਅਸੀਂ ਇਸ ਏਮਸ 'ਚ ਗਏ ਜਾਂ PGI ਗਏ ਨੇ, ਵੱਡੇ ਵੱਡੇ ਹਸਪੀਟਲ 'ਚ ਗਏ, ਸਾਨੂੰ ਕੈਂਸਰ ਹੈ, ਡਾਕਟਰਸ ਨਹੀਂ ਕਿਉਰ ਕਰ ਪਾਏ। ਜਦੋਂ ਕਹਿੰਦੇ ਅਸੀਂ ਇਹਨਾਂ ਕੋਲ ਗਏ ਨਾ, ਬਾਬਾ ਜੀ ਕੋਲ ਗਏ, ਉਹਨਾਂ ਨੇ ਸਾਨੂੰ ਕਿਉਰ ਕਰਤਾ, ਸਾਡਾ ਕੈਂਸਰ ਠੀਕ ਹੋ ਗਿਆ, ਹੁਣ ਅਸੀਂ ਚੰਗੇ ਭਲੇ ਤੰਦਰੁਸਤ ਹਾਂ, ਕਿ ਉਹ ਵੀ ਹਿਪਨੋਟਿਜ਼ਮ ਦੀ ਹੀ ਐਗਜ਼ਾਮਪਲ, ਉਹ ਵੀ ਹਿਪਨੋਟਾਈਜ਼ ਹੀ ਕਰਦੇ ਨੇ? ਬੇਸਿਕਲੀ ਸਾਰੀ ਬਿਲੀਫ ਸਿਸਟਮ ਦੀ ਸਾਇੰਸ ਹੈ। ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਸਾਡੀ ਮਾਈਂਡ, ਸਾਡਾ ਬ੍ਰੇਨ ਇੰਨਾ ਪਾਵਰਫੁਲ ਹੈ। ਸਾਡੀ ਬਾਡੀ ਦੇ ਅੰਦਰ ਨਾ ਟ੍ਰਿਲੀਅਨਸ ਆਫ ਸੈੱਲ ਨੇ। ਸਾਡੀ ਜਿਹੜੀ ਬਾਡੀ ਹੈ ਨਾ, ਉਹ ਕਲੈਕਸ਼ਨ ਹੈ ਸੈੱਲਸ ਦਾ। ਤੁਸੀਂ ਦੇਖਿਆ ਹੋਏਗਾ, ਅਗਰ ਤੁਹਾਡੇ ਬਾਡੀ ਦੇ ਕਿਤੇ ਕੱਟ ਲੱਗ ਜੇ, ਤੁਸੀਂ ਉਹਦੇ ਤੇ ਕੋਈ ਮੈਡੀਸਿਨ ਨਾ ਲਗਾਓ, ਵਿਦਿਨ 2 ਡੇਜ਼ ਆਟੋਮੈਟਿਕਲੀ ਹੀਲ ਹੋ ਜਾਂਦਾ। ਤੁਹਾਡੀ ਸੈੱਲ, ਤੁਹਾਡੀ ਬਾਡੀ ਨੂੰ ਆਟੋਮੈਟਿਕਲੀ ਹੀਲ ਕਰਦੇ। ਬਿਲਕੁਲ, ਠੀਕ ਹੈ। ਸਾਡੇ ਬ੍ਰੇਨ ਦੇ ਅੰਦਰ ਨਾ ਨਿਊਰੋਨਸ ਹੁੰਦੇ ਆ, ਬਿਲੀਅਨਸ ਆਫ ਨਿਊਰੋਨਸ ਨੇ, ਔਰ ਇੱਕ ਨਿਊਰੋਨ ਦੀ ਪਾਵਰ ਹੈ P4 ਕੰਪਿਊਟਰ ਤੋਂ ਜ਼ਿਆਦਾ। ਔਰ ਇੱਕ ਨਿਊਰੋਨ 90 GB ਡੇਟਾ ਸਟੋਰ ਕਰ ਸਕਦਾ ਹੈ। ਤੁਹਾਡੇ ਕੋਲ ਬਿਲੀਅਨਸ ਨੇ, ਠੀਕ ਹੈ। ਔਰ ਉਹ ਬਿਲੀਅਨ ਨਿਊਰੋਨਸ ਨਾਲ ਤੁਹਾਨੂੰ ਬਾਇਓਲੋਜੀਕਲੀ ਕੰਟਰੋਲ ਕਰਦੇ ਆ। ਔਰ ਸਾਡੇ ਬਾਡੀ ਦੇ ਅੰਦਰ ਜਿਹੜੀ 90% ਡਿਸੀਜ਼ ਹੁੰਦੀ ਹੈ ਨਾ, ਉਹ ਸਾਈਕੋਸੋਮੈਟਰੀ ਹੁੰਦੀ ਹੈ, ਜਿਹੜੀ ਤੁਹਾਡੀ ਬ੍ਰੇਨ ਨੇ ਕ੍ਰੀਏਟ ਕੀਤੀ ਹੈ। ਉਹ ਫਿਜ਼ੀਕਲੀ ਹੁੰਦੀ ਜਿਵੇਂ ਅਸੀਂ ਨਹੀਂ। ਕਹਿ ਦਿੰਦੇ ਆ ਕਿ ਡਾਇਬੀਟੀਜ਼ ਹੈ, ਡਾਇਬੀਟੀਜ਼ ਨਹੀਂ ਠੀਕ ਹੋ ਸਕਦੀ। ਲੋਕ ਕਹਿੰਦੇ ਨੇ, ਆਮ ਤੌਰ ਤੇ ਸੁਣਿਆ ਜਾਂਦਾ ਵੀ ਜਿਹਨੂੰ ਇੱਕ ਵਾਰੀ ਸ਼ੂਗਰ ਹੋ ਗਈ, ਸ਼ੂਗਰ ਇਦਾਂ ਦੀ ਬਿਮਾਰੀ ਜੋ ਪਿੱਛਾ ਨਹੀਂ ਛੱਡੇਗੀ, ਤਾਂ ਲੋਕ ਬਹੁਤ ਸਾਰੀਆਂ ਚੀਜ਼ਾਂ ਖਾਂਦੇ ਨੇ। ਮੈਮ ਦੇਖੋ, ਛੋਟੀ ਜੀ ਗੱਲ ਹੈ। ਸਰ ਨੇ ਕੈਂਸਰ ਤੋਂ ਗੱਲ ਸਟਾਰਟ ਕੀਤੀ ਸੀ, ਤੁਸੀਂ ਡਾਇਬੀਟੀਜ਼ ਤੱਕ ਪਹੁੰਚ ਗਏ। ਮੈਡੀਕਲ ਸਾਇੰਸ ਕਹਿੰਦਾ ਬਿਨਾ ਮੈਡੀਸਿਨ ਤੋਂ ਕੁਝ ਨਹੀਂ ਠੀਕ ਹੋ ਸਕਦਾ। ਦੇ ਆਰ ਰਾਈਟ, ਕਿਉਂਕਿ ਮੈਡੀਕਲ ਸਾਇੰਸ ਇੱਕ ਪੈਟਰਨ ਨੂੰ ਫੋਲੋ ਕਰਦਾ ਹੈ। ਪਰ ਬਿਲੀਫ ਸਿਸਟਮ ਇੱਕ ਐਸਾ ਹੈ, ਅਗਰ ਤੁਸੀਂ ਥੋੜਾ ਜਿਹਾ ਰਿਸਰਚ ਕਰੋਗੇ ਤੇ ਵਰਲਡ ਦੇ ਅੰਦਰ ਕਈ ਸਾਰੇ ਇਨਸੀਡੈਂਟਸ ਹੈ ਲੋਕਾਂ ਦੀ ਕ੍ਰੋਨਿਕ ਡਿਸੀਜ਼। ਮੇਰਾ ਖੁਦ ਦਾ ਟਿਊਮਰ ਮੈਂ ਵਿਦਆਊਟ ਮੈਡੀਸਿਨ ਕਿਉਰ ਕੀਤਾ। ਲੋਕਾਂ ਦਾ ਕੈਂਸਰ ਆਟੋਮੈਟਿਕਲੀ ਕਿਉਰ ਹੋਇਆ ਹੈ। ਮੈਂ ਜਿਹੜੀ ਬਹੁਤ ਕੁੜੀ ਘੱਟ ਬੋਲ ਪਾਉਂਦੀ ਸੀ, ਜਦ ਬੋਲਦੀ ਸੀ ਤਾਂ ਮੂੰਹ ਚੋਂ ਹਵਾ ਆਉਂਦੀ ਸੀ, ਮੈਂ ਉਹਦੇ ਕੋਲ ਬੁਲਵਾਇਆ, ਗੰਜੇ ਦੇ ਸਿਰ ਤੇ ਵਾਲ ਲੈ ਕੇ ਆਉਂਦੇ ਨੇ, ਠੀਕ ਹੈ। ਦਿਸ ਇਜ਼ ਆਲ ਅਬਾਊਟ ਯੂਰ ਬਿਲੀਫ ਸਿਸਟਮ। ਪਰ ਕਿਸ ਤਰ੍ਹਾਂ ਦੇ ਨਾਲ, ਕਿਉਂਕਿ ਪਹਿਲੇ ਵੀ ਤਸਵੀਰਾਂ ਤੁਸੀਂ ਦਿਖਾਈਆਂ, ਦੁਬਾਰਾ ਤਸਵੀਰਾਂ ਦੇਖਣਾ ਚਾਹਾਂਗੇ ਜਿਸ ਤਰ੍ਹਾਂ ਦੇ ਨਾਲ ਖੁਸ਼ਬੂ ਡੀਪ ਸਲੀਪ ਦੇ ਵਿੱਚ ਗਈ ਸੀਗੀ। ਜਿਵੇਂ ਹੁਣ ਮੈਂ ਇਹਨਾਂ ਨੂੰ ਕੀਤਾ ਤੇ ਤੁਹਾਨੂੰ ਲੱਗਿਆ ਕਿ ਇਹ ਮੇਰੀ ਟੀਮ ਦਾ ਮੈਂਬਰ ਹੈ, ਮੈਂ ਉਹਨਾਂ ਦੀ ਪ੍ਰੋਗਰਾਮਿੰਗ ਕੀਤੀ। ਨਹੀਂ ਬਿਲਕੁਲ, ਲੋਕਾਂ ਦੇ ਕਈ ਸਵਾਲ ਆਉਂਦੇ ਆ ਸਾਡੇ ਕੋਲ। ਖੁਸ਼ਬੂ ਹੈ ਨਾ, ਦੇਖੋ ਖੁਸ਼ਬੂ ਜੀ ਬੈਠੇ ਨੇ, ਠੀਕ ਹੈ। ਅਸੀਂ ਕੁਝ ਨਹੀਂ ਕਰਨਾ, ਮੈਂ ਖੁਸ਼ਬੂ ਜੀ ਦੇ ਸਿਰ ਤੇ ਹੱਥ ਲਗਾਵਾਂਗਾ, ਖੁਸ਼ਬੂ ਜੀ ਡੀਪ ਸਲੀਪ 'ਚ ਜਾਣਗੇ। ਇਸ ਲਈ ਆ ਦੇਖੋ, ਇੱਦਾਂ ਹੀ ਹੁੰਦਾ ਨਾ ਕਿ ਬਾਬਾ ਜੀ ਵੀ ਸਿਰ ਤੇ ਹੱਥ ਲਾਉਂਦੇ ਨੇ और कहते हैं लो जी आत्मा निकल गई है, हील कर दिया है और ये ठीक हो रहे हैं। ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ, ਜਾਂ ਤਾਂ ਛਿੱਟਾ ਮਾਰਦੇ ਰਹਿੰਦੀ ਇੱਧੇ ਰਹਿੰਦੀ। ਥੋੜੀ ਦੇਰ ਅਭਿਸ਼ੇਕ ਦਾ ਸਵਾਲ ਹੈ। ਅਭਿਸ਼ੇਕ, ਹਾਂ, ਮੈਂ ਤੁਸੀਂ ਦੱਸਿਆ ਕਿ ਜੇ ਤੁਸੀਂ ਇਹਨਾਂ ਨੂੰ ਟ੍ਰਿਕ ਦੱਸ ਦਿਓ ਕੌਨਸ਼ੀਅਸਲੀ, ਫਿਰ ਇਹ ਨਹੀਂ ਕਰ ਪਾਓਗੇ। ਹੁਣ ਤੁਸੀਂ ਕਿਹਾ ਕਿ ਮੈਂ ਆਪਣਾ ਟਿਊਮਰ ਕਿਉਰ ਕੀਤਾ, ਅਸੀਂ ਹੀਲ ਕਰਾਉਂਦੇ ਹਾਂ ਲੋਕਾਂ ਨੂੰ। ਲੋਕ ਬੇਸਿਕਲੀ NLP ਇੱਕ ਸਾਇੰਸ ਹੈ, ਨਿਊਰੋ ਲਿੰਗੁਇਸਟਿਕ ਪ੍ਰੋਗਰਾਮਿੰਗ, ਠੀਕ ਹੈ, ਜਿਹਦੇ ਥਰੂ ਤੁਸੀਂ ਆਪਣੇ ਪੈਟਰਨਸ ਚੇਂਜ ਕਰ ਸਕਦੇ ਹੋ ਆਪਣੇ ਮਾਈਂਡ ਦੇ। ਤੁਹਾਡਾ ਪਰਸੈਪਸ਼ਨ ਹੈ ਕਿਸੇ ਵਾਸਤੇ ਕਿ ਤੁਸੀਂ ਨੈਗੇਟਿਵ ਹੀ ਸੋਚਦੇ ਹੋ, ਰਿਸ਼ਤਾ ਤੁਹਾਡਾ ਉਹਦੇ ਨਾਲ ਖਰਾਬ ਚੱਲ ਰਿਹਾ, NLP ਦੀ ਹੈਲਪ ਨਾਲ ਠੀਕ ਕਰ ਸਕਦੇ ਹੋ ਤੁਸੀਂ। ਕੋਈ ਇਹੀ ਪੁੱਛਣਾ ਚਾਹ ਰਹੇ, ਇਹ ਟ੍ਰਿਕਸ ਤੁਸੀਂ ਖੁਦ ਵੀ ਜੀ ਸਰ ਆਪਣੇ ਤੇ ਵਰਤੇ ਤਾਂ ਹੀ ਠੀਕ ਕੀਤਾ। ਮਤਲਬ ਫਿਰ ਤੁਹਾਡੇ ਕੌਨਸ਼ੀਅਸ 'ਚ ਤੇ ਇਹ ਫੀਡ ਹੈ ਕਿ ਇਹ ਟ੍ਰਿਕਸ ਨੇ, ਮਾਈਂਡ ਨੂੰ ਇਹ ਪਤਾ ਕਿ ਓਕੇ ਇਹ ਜਸਟ ਇੱਕ ਮਾਈਂਡ ਸੈਟਅਪ ਹੈ, ਥਾਟਸ ਬਦਲ ਦਾਂਗੇ ਤੇ ਲਾਈਫ ਸਟਾਈਲ ਬਦਲ ਜਾਏਗਾ। ਤੇ ਤੁਹਾਡੇ ਤੇ ਕਿਵੇਂ ਵਰਕ ਕਰਦੀਆਂ ਨੇ, ਉਹ ਕਿਹੜੇ
ਕੌਨਸ਼ੀਅਸ ਸਬਕੌਨਸ਼ੀਅਸ ਸਰ ਉਹਦੇ ਸਰ ਮੈਂ ਉਹਨੇ ਟ੍ਰਿਗਰਸ ਬਾਰੇ ਗੱਲ ਕੀਤੀ ਸੀਗੀ। ਉਹ ਹੈ ਸਬਕੌਨਸ਼ੀਅਸ ਚੀਜ਼, ਉਹਨੂੰ ਐਕਟੀਵੇਟ ਕਰਨ ਵਾਸਤੇ ਟ੍ਰਿਗਰ ਚਾਹੀਦਾ ਹੁੰਦਾ। ਗੱਡੀ ਚਲਾਉਣ ਵਾਸਤੇ ਇੱਕ ਸੈਲਫ ਚਾਹੀਦਾ ਜਾਂ ਕਿੱਕ ਚਾਹੀਦੀ ਹੈ, ਤੇ ਉਹ ਸਾਡੇ ਟ੍ਰਿਗਰਸ ਹੁੰਦੇ ਆ ਜੋ ਅਸੀਂ ਬੂਸਟ ਅਪ ਕਰਦੇ ਹਾਂ। ਅਭਿਸ਼ੇਕ ਤੇ ਵੀ ਕੀਤੀ ਸੀ ਕਿ ਮੈਂ ਕਹੂੰਗਾ ਓਕੇ ਮੈਮ 1 2 3 ਗੈਟ ਬੈਕ। ਖੁਸ਼ਬੂ ਕੀ ਹੋਇਆ? ਕੀ ਫੀਲ ਕਰ ਰਹੇ ਹੋ? ਕੀ ਫੀਲ ਕਰ ਰਹੇ ਹੋ? no words like ਜਿਸ ਤਰੀਕੇ ਦੇ ਨਾਲ ਮਤਲਬ ਹੁਣੇ ਜੋ ਹੋਇਆ ਲਾਈਕ ਮੈਂ ਬਹੁਤ ਗਹਿਰੀ ਨੀਂਦ ਦੇ ਵਿੱਚ ਸੀ, ਕੁਝ ਨਹੀਂ ਪਤਾ ਲੱਗਾ ਮੇਰੀ ਬਾਡੀ ਨੂੰ ਕੀ ਹੋਇਆ ਕਿ ਨਹੀਂ ਹੋਇਆ, ਬਟ ਹਾਂ ਇਟ ਵਰਕਸ। ਇਟ ਐਕਚੁਅਲੀ ਵਰਕਸ, ਇਟ ਐਕਚੁਅਲੀ ਵਰਕਸ। ਹੁਣ ਆ ਦੇਖੋ, ਅਭਿਸ਼ੇਕ ਕੋਲ ਆਵਾਂਗੇ। ਆ ਦੇਖੋ ਅਭਿਸ਼ੇਕ ਜੀ, लो जी close your eyes, eyes are locked and your hands will go up in the air, 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 and feel the push कि ਤੁਹਾਨੂੰ ਪਿੱਛੇ ਦੀ ਤਰਫ ਧੱਕਾ ਆ ਰਿਹਾ। feel the push, 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 get back। ਇਹ ਹੱਥ ਤੁਸੀਂ 1 2 3 go sleep। One, two, three, get back। ਕਈ ਤਸਵੀਰਾਂ ਦੇਖੀਆਂ ਸੋਸ਼ਲ ਮੀਡੀਆ ਤੇ, ਲੇਡੀਜ਼ ਜਿਹੜੀਆਂ ਨੇ ਆਪ ਹੀ ਖੁਦ ਹੀ ਆਪਣੀ ਜੁਐਲਰੀ ਉਤਾਰ ਕੇ ਦੇ ਦਿੰਦੀਆਂ ਨੇ। ਕੋਈ ਬੰਦਾ 1 ਮਿੰਟ ਗੱਲ ਕਰਦਾ ਆਪ ਹੀ ਸਾਰੀਆਂ ਚੀਜ਼ਾਂ ਦੇ ਦਿੰਦੀਆਂ ਨੇ, ਬਾਅਦ ਚ ਕਹਿੰਦੇ ਪਤਾ ਹੀ ਨਹੀਂ ਲੱਗਾ ਹੋਇਆ ਕੀ। ਅਜੇ ਉਹ ਕੁਝ ਚੋਰੂ ਚੱਕਿਆਂ ਨੂੰ ਵੀ ਆਉਂਦਾ ਨਾ ਜੀ। ਅਸੀਂ ਕਈ ਜਗ੍ਹਾ ਡੈਮੋਨਸਟ੍ਰੇਸ਼ਨ ਕਰਕੇ ਦਿਖਾਉਂਦੇ ਹਾਂ। ਨਹੀਂ, ਕਈ ਉਹ ਸਟੂਡੈਂਟ ਤਾਂ ਨਹੀਂ ਜਿਹੜੇ ਆਪਣਾ ਕਈ ਜਿਹੜੇ ਮੈਡੀਕਲ ਦੇ ਸਟੂਡੈਂਟ ਹੁੰਦੇ ਆ ਜਾਂ ਫਿਰ ਇੰਜੀਨੀਅਰਿੰਗ ਕਰ ਰਹੇ ਹੁੰਦੇ ਆ, ਉਹ ਇਸ ਲਾਈਨ ਦੇ ਵਿੱਚ ਆ ਜਾਂਦੇ ਆ। ਤੁਹਾਡੀ ਲਾਈਨ ਦੇ ਵਿੱਚ ਵੀ ਇਦਾਂ ਦੇ ਹੋਣੇ ਆ। ਸਰ ਹਰ ਫੀਲਡ 'ਚ ਕੁਝ ਲੋਕ ਹੁੰਦੇ ਆ, ਤੇ ਸਾਈਕੋਲੋਜੀ ਦੇ ਨਾਲ ਹੀ ਸਰ ਉਹ ਲੋਕ ਮਤਲਬ ਕਿ ਪਹਿਲਾਂ ਆਪਣਾ ਸਬਜੈਕਟ ਚੂਜ਼ ਕਰਦੇ ਆ, ਫਿਰ ਉਹਨਾਂ ਨੂੰ ਹਿਪਨੋਟਾਈਜ਼ ਕਰਦੇ ਆ। ਕੁਝ ਲੋਕ ਕਹਿੰਦੇ ਆ ਸਾਨੂੰ ਕੁਝ ਸੁੰਘਾਇਆ, ਅਸੀਂ ਸਭ ਕੁਝ ਉਤਾਰ ਕੇ ਦੇ ਦਿੱਤਾ। ਪੋਸੀਬਲ ਹੈ। ਤੇ ਅਭਿਸ਼ੇਕ, ਤੁਹਾਡੇ ਤੋਂ ਸਵਾਲ ਹੈ, ਤੁਸੀਂ ਦੱਸੋ ਕਿ ਤੁਹਾਨੂੰ ਪਤਾ ਲੱਗਾ ਸੀ ਹੁਣੇ ਕੀ ਹੋ ਰਿਹਾ, ਕੀ ਹੱਥ ਤੁਸੀਂ ਉੱਪਰ ਕਰ ਰਹੇ ਸੀਗੇ, ਕੀ ਫੀਲ ਕਰ ਰਹੇ ਸੀ? ਮੈਨੂੰ ਲੱਗਦਾ ਸੀ ਕਿ ਹੱਥ ਨਾ ਸੱਚੀ, ਮੈਂ ਹੁਣ ਵੀ ਜ਼ਿਆਦਾ ਸੋਚੂਗਾ, ਸ਼ਾਇਦ ਮੈਨੂੰ ਲੱਗਦਾ ਕਿ ਹੱਥ ਹਲੇ ਵੀ ਉੱਪਰ ਆਉਂਦੇ ਪਏ ਆ ਮੇਰੇ, ਹਨਾ। ਉਹ ਸ਼ਾਇਦ ਉਹ ਸਬਕੌਨਸ਼ੀਅਸ ਇਹਨਾਂ ਨੇ ਫੀਡ ਕਰਤਾ ਮੇਰੇ ਕਿ ਜੋ ਮੈਨੂੰ ਕਮਾਂਡ ਦਿੰਦੇ ਜਾਣਗੇ ਤੇ ਉਹ ਮੇਰੇ ਨਾਲ ਹੁੰਦਾ ਜਾਏਗਾ। ਕੋਈ ਪੁਸ਼ ਕਰਦਾ ਪਿਆ, ਮੈਂ ਸੋਚੀ ਜਾਊਂਗਾ ਮੇਰੇ ਨਾਲ ਪੁਸ਼ ਹੁੰਦਾ, ਮੈਂ ਪਿੱਛੇ ਜਾਂਦਾ। ਸੋਸ਼ਲ ਮੀਡੀਆ ਤੇ ਚਲੋ ਨਾ ਤਾਂ ਨਹੀਂ ਮੈਂ ਲਾਉਂਗਾ, ਪਰ ਉਹ ਕਹਿੰਦੇ ਆ ਨਾ ਬਈ ਦੂਰ ਜਾ ਜਾਂ ਲਾਗੇ ਆ ਜਾ, ਇਹ ਉਸੇ ਚੀਜ਼ ਦਾ ਪਾਰਟ ਹੈ। ਹੱਥ ਲਾ ਕੇ ਆ ਦੇਖੋ, ਮੈਡਮ ਨੂੰ ਕਰਦੇ ਆ ਲੋ। ਨਹੀਂ, ਮੈਡਮ ਦਾ ਮੰਨ ਸਕਦੇ ਹਾਂ ਅਸੀਂ, ਕਿਉਂਕਿ ਮੈਡਮ ਦਾ ਮੰਨ ਸਕਦੇ ਹੋ, ਮੈਡਮ ਤੁਹਾਡੀ ਟੀਮ ਤੋਂ ਨੇ। ਹਾਂਜੀ ਜੀ ਨਹੀਂ, ਕਿਉਂਕਿ ਕਾਫੀ ਲੋਕਾਂ ਦੇ ਸਵਾਲ ਇਹ ਹੁੰਦੇ ਆ, ਕਹਿੰਦੇ ਕਿ ਇਹ ਬੰਦਾ ਕੌਣ ਹੈ, ਜਿੱਦਾਂ ਬਾਬੇ ਕਰਦੇ ਆ। ਤੁਸੀਂ ਵੀ ਕਿਹਾ ਕਿ ਉਹਨਾਂ ਦੀ ਟੀਮ ਦੇ ਬੰਦੇ ਹੁੰਦੇ ਆ, ਕਿਉਂਕਿ ਲੋਕਾਂ ਦਾ ਕੋਈ ਡਾਊਟ ਨਾ ਰਵੇ, ਜਿਸ ਕਰਕੇ ਇਹ ਸਵਾਲ ਤੁਹਾਡੇ ਤੋਂ ਕਰ ਰਹੇ ਆ। ਪਰ ਖੁਸ਼ਬੂ ਤੋਂ ਕਰ, ਖੁਸ਼ਬੂ ਤੁਹਾਨੂੰ ਕੋਈ ਪੁੱਛਿਆ ਸੀ ਕਿਉਂ ਪਿੱਛੇ ਕਿਉਂ ਹੋਏ ਸੀ? ਐਕਚੁਅਲੀ ਜੈ ਕਲੀਅਰਲੀ ਦੱਸਾਂ ਤਾਂ ਮਤਲਬ ਕੁਝ ਸਮਝ ਨਹੀਂ ਆਇਆ, ਲਾਈਕ ਮੇਰੇ ਮਾਈਂਡ ਨੂੰ ਕਮਾਂਡ ਦਿੱਤੀ ਗਈ ਤਾਂ ਉਹ ਐਕਚੁਅਲੀ ਉਹ ਚੀਜ਼ਾਂ ਬੋਡੀ ਤੇ ਵਰਕ ਕੀਤੀਆਂ ਜਿਸ ਤਰੀਕੇ ਦੇ ਨਾਲ ਡੀਪ ਸਲੀਪ, ਔਰ ਮੈਨੂੰ ਇਦਾਂ ਲੱਗਿਆ ਪਤਾ ਨਹੀਂ ਕਿੰਨੀ ਦੇਰ ਮੈਂ ਸੋ ਲਿਆ। ਔਰ ਇਹ ਚੀਜ਼ਾਂ ਅਸੀਂ ਆਮ ਤੌਰ ਤੇ ਵੀਡੀਓਜ਼ ਦੇ ਵਿੱਚ ਦੇਖਦੇ ਹਾਂ, ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਕੋਈ ਹਿਪਨੋਟਾਈਜ਼ ਕਰ ਰਹੇ ਕੁਝ। ਅੱਜ ਤੋਂ ਪਹਿਲੇ ਤੱਕ, ਇਸ ਮੂਮੈਂਟ ਤੋਂ ਪਹਿਲੇ ਤੱਕ ਮੈਂ ਸੋਚਦੀ ਸੀ ਕਿ ਨਹੀਂ ਇਹ ਚੀਜ਼ਾਂ ਨਹੀਂ ਪਰ ਹੁੰਦੀਆਂ। ਯਾਦ ਹੈ ਤੁਸੀਂ ਜਦੋਂ ਹਰਮਨ ਜੀ ਆਏ ਸੀਗੇ, ਉਸ ਟਾਈਮ ਤੁਸੀਂ ਵੀ ਹੱਸ ਰਹੇ ਸੀਗੇ ਕਈ ਗੱਲਾਂ ਸੁਣ ਕੇ ਉਹਨਾਂ ਦੀ। ਹੁਣ ਐਕਸਪੀਰੀਅੰਸ ਕਰਨ ਤੋਂ ਬਾਅਦ ਕਿਸ ਤਰ੍ਹਾਂ ਦਾ ਲੱਗਿਆ? ਐਕਸਪੀਰੀਅੰਸ ਕਰਨ ਤੋਂ ਬਾਅਦ ਇਦਾਂ ਲੱਗ ਰਿਹਾ ਕਿ ਹਾਂ, ਸਾਇੰਸ ਦੇ ਵਿੱਚ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ। ਆਪਾਂ ਹਰ ਚੀਜ਼ ਨੂੰ ਜਿਸ ਤਰੀਕੇ ਦੇ ਨਾਲ ਜਾਦੂ ਦੇ ਨਾਲ, ਚਮਤਕਾਰ ਦੇ ਨਾਲ ਜਾਂ ਧਰਮ ਦੇ ਨਾਲ ਜੋੜ ਕੇ ਦੇਖਦੇ ਹਾਂ, ਉਹ ਨਹੀਂ ਹੈ। ਕਿਉਂਕਿ ਸਾਨੂੰ ਇੱਥੇ ਆ ਕੇ ਕੋਈ ਪਾਠ ਨਹੀਂ ਕਰਾਇਆ ਗਿਆ, ਸਾਨੂੰ ਇੱਥੇ ਆ ਕੇ ਕੋਈ ਨੱਚਿਆ ਜਾਂ ਕੁਝ ਐਸਾ ਨਹੀਂ ਕੀਤਾ ਗਿਆ, ਕੋਈ ਸਾਡੇ ਤੇ ਮੰਤਰ ਨਹੀਂ ਫੂਕਿਆ ਗਿਆ। ਹਾਂ, ਸਾਨੂੰ ਮਾਈਂਡ ਕੰਟਰੋਲ ਕੀਤਾ ਗਿਆ ਸਾਡਾ, ਜਿਸ ਦੇ ਨਾਲ ਇਹ ਸਭ ਹੋਇਆ। ਔਰ ਐਗਜ਼ੈਕਟਲੀ ਉਹੀ ਸਭ ਹੋਇਆ ਜੋ ਹਰਮਨ ਜੀ ਨੇ ਕਿਹਾ। ਸੋ ਹਰਮਨ ਜੀ, ਇਹੀ ਮੈਂ ਪੁੱਛਣਾ ਚਾਹੂੰਗੀ ਕਿ ਕਿੰਨੇ ਕੁ ਟਾਈਮ ਤੋਂ ਤੁਸੀਂ ਇਹ ਸਭ ਕਰ ਰਹੇ ਹੋ, ਕਿ ਇੰਨਾ ਜ਼ਿਆਦਾ ਡੀਪ ਤੁਸੀਂ ਇਸ ਚੀਜ਼ ਦੇ ਵਿੱਚ ਹੋ ਕਿ ਤੁਸੀਂ ਕਿਸੇ ਨੂੰ ਵੀ ਕੁਝ ਹੀ ਪਲਾਂ ਦੇ ਵਿੱਚ ਹਿਪਨੋਟਾਈਜ਼ ਕਰ ਦਿੰਦੇ ਹੋ? ਮੈਮ, ਹਰ ਇਨਸਾਨ ਦੀ ਇੱਕ ਆਪਣੀ ਜਰਨੀ ਹੁੰਦੀ ਹੈ ਜੀ। ਮੈਂ ਬੇਸਿਕਲੀ ਇੱਕ ਮਾਈਂਡ ਟ੍ਰੇਨਰ ਹਾਂ। ਲੋਕਾਂ ਨੂੰ ਉਹਨਾਂ ਦੀ ਪਾਸਟ ਦੀ ਮੈਮਰੀਜ਼, ਜਿਵੇਂ ਕੁਝ ਲੋਕਾਂ ਨਾਲ ਹੁੰਦਾ ਨਾ ਕਿ ਪਾਸਟ ਦੀ ਮੈਮਰੀਜ਼ ਹੁੰਦੀਆਂ ਕਿ ਅੱਜ ਤੋਂ 2-4 ਸਾਲ ਪਹਿਲੇ ਉਹਨਾਂ ਨਾਲ ਜ਼ਿੰਦਗੀ 'ਚ ਕੁਝ ਗਲਤ ਹੋ ਗਿਆ, ਚਾਹੇ ਕੋਈ ਰਿਲੇਸ਼ਨशिप ग्रज है, चाहे किसी की डेथ है, चाहे कोई एक्सीडेंट है, चाहे कोई फेलियर है।
ਇਨਸੀਡੈਂਸ ਬਹੁਤ ਪੁਰਾਣਾ ਔਰ ਉਹਨਾਂ ਦੇ ਦਿਮਾਗ 'ਚ ਹੈ ਤੇ ਮੈਂ ਪਿਛਲੇ 5-7 ਸਾਲਾਂ ਤੋਂ ਲੋਕਾਂ ਦੀ ਉਹ ਬੈਡ ਮੈਮਰੀ ਡਿਲੀਟ ਕਰਦਾ ਤੇ ਹਿਪਨੋਟਿਜ਼ਮ ਚੀਜ਼ਾਂ ਨੂੰ ਸਿੱਖ ਰਿਹਾ ਕਾਫੀ ਟਾਈਮ ਤੋਂ। ਅਜੇ ਵੀ ਮੈਂ ਨਹੀਂ ਕਹਿੰਦਾ ਕਿ ਮੈਂ ਐਕਸਪਰਟ ਪਰ ਇੱਕ ਸਵਾਲ ਮੇਰਾ ਹੋਰ ਹੈ, ਜੀ। ਹੋਰ ਵੀ ਸਟਾਫ ਦੇ ਮੈਂਬਰ ਹੈ। ਅੰਜੂ ਜੀ ਮੈਂ ਕਹੂੰਗਾ 1 ਮਿੰਟ ਆਇਓ, ਇਹਨਾਂ ਨੂੰ ਦੇਖਦੇ ਕਿੰਨੀ ਦੇਰ ਤੋਂ ਤੁਸੀਂ ਪਲੋਟਾਈਜ਼ ਕਰਦੇ ਹੋ। Look at my eyes. Sleep. ਕਿੰਨੇ ਸਕਿੰਟ ਲੱਗੇ ਹੋਣੇ? within 3 to 4 ਸੈਕਿੰਡ within 3 to 4 ਸੈਕਿੰਡ ਅੰਜੂ ਦੀ ਹਾਲਤ ਇਹ ਹੈ ਕਿ ਉਹ ਖੁਦ ਨੂੰ ਮੂਵ ਨਹੀਂ ਕਰ ਪਾ ਰਹੀ ਔਰ ਜ਼ਮੀਨ ਦੇ ਉੱਤੇ Anju, 1, 2, 3, get back. ਓ ਗੁੱਡ Get back, get back. Thank you so much. ਜਸਟ ਵਨ ਕਲਿਕ ਐਂਡ ਅੰਜੂ ਬਿਲਕੁਲ ਠੀਕ ਹੋ ਚੁੱਕੀ ਹੈ ਇਸ ਟਾਈਮ ਤੇ। ਜਸਟ ਇੱਕ ਕਮਾਂਡ ਦਿੱਤੀ ਗਈ, ਇੱਕ ਕਮਾਂਡ ਸੀ, ਅੰਜੂ ਨੂੰ ਕੁਝ ਨਹੀਂ ਪਤਾ, ਉਹ ਜ਼ਮੀਨ ਤੇ ਡਿੱਗੀ ਹੋਈ ਹੈ ਔਰ ਦੈਨ ਇੱਕ ਕਮਾਂਡ ਦਿੱਤੀ ਗਈ, ਅੰਜੂ ਬਿਲਕੁਲ ਸਾਹਮਣੇ ਖੜੀ ਹੈ। ਸੋ ਜੇ ਤੁਸੀਂ ਇਹ ਸਭ ਕੁਝ ਦੇਖ ਰਹੇ ਹੋ ਤੇ ਮੈਂ ਚਾਹਾਂਗੀ ਕਿ ਤੁਸੀਂ ਨਹੀਂ ਦੱਸੋ ਕਿਵੇਂ ਦਾ ਲੱਗ ਰਿਹਾ ਤੁਹਾਨੂੰ, ਕਿਉਂਕਿ ਕੁਝ ਪਲਾਂ ਤੱਕ ਅਭਿਸ਼ੇਕ ਨਹੀਂ ਟਰਸਟ ਕਰ ਰਿਹਾ ਸੀ, ਕੁਝ ਸਮੇਂ ਤੱਕ ਮੈਂ ਟਰਸਟ ਨਹੀਂ ਕਰ ਰਹੀ ਸੀ। ਤੁਸੀਂ ਦੱਸੋ ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਨਹੀਂ, ਪਰ ਇਹ ਚੀਜ਼ਾਂ ਦੇਖ ਕੇ ਮਨ ਦੇ ਵਿੱਚ ਸਵਾਲ ਬੜੇ ਆਉਂਦੇ ਨੇ ਕਿ ਆਖਰ ਜੋ ਵੀ ਬੱਸਾਂ ਦੇ ਵਿੱਚ ਹੁੰਦਾ, ਟ੍ਰੇਨਾਂ ਦੇ ਵਿੱਚ ਹੁੰਦਾ, ਬੱਸ ਸਟੈਂਡ ਤੇ, ਰੇਲਵੇ ਸਟੇਸ਼ਨ ਤੇ, ਕਈ ਜਗ੍ਹਾਵਾਂ ਤੇ ਹੁੰਦਾ, ਵੱਡੇ ਵੱਡੇ ਡੇਰਿਆਂ ਤੇ ਵੀ ਹੁੰਦਾ। आपको पता लगा था? क्या फील करा आपने? एकदम मैं सडन नींद में चली गई और जब सर ने मुझे उठाया तो मैं तब उठी, मेरे को कुछ याद नहीं, मैं सो गई। नहीं सर आपकी तरफ आया, वो तो आपको याद होगा। हाँ। और 2-3 सेकंड में ऐसा क्या हो गया जो आपको एकदम आप सो गए, लेट गए, आपको पता लगा? नहीं सर, ऐसा मुझे कुछ नहीं पता लगा। सर आए मेरी तरफ, सर ने मुझे नींद में ऐसा किया, एकदम मैं एक झटके में सो गई। नींद से ਕੁਝ ਕਰੀਏ ਤੁਹਾਡੇ ਨਾਲ? ਕੁਝ ਕਰੀਏ? Now I'll touch your head and you'll to go to a other. ये करो। तो बैठो। चलिए अब मैं जैसे आपको सिर को हाथ लगाऊंगा, you'll go to a deep sleep. 1, 2, sleep. क्या नाम है इनका? अंजू। अंजू। एडवांस में सॉरी बोल रहा हूँ। ओके। One, two, three, get back. Now your eyes are locked. You cannot open your eyes. जितना खोलने की कोशिश करेंगे उतनी ज़्यादा लॉक होती जाएंगी. Your eyes are locked. You cannot open it. मैं ਉਹਦੇ ਨਾਲ ਗੱਲ ਕਰ ਸਕਦੀ ਹਾਂ? ਗੱਲ ਕਰ ਸਕਦੇ ਹੋ. ਅੰਜੂ, ਜਿਸ ਤਰੀਕੇ ਦੇ ਨਾਲ ਤੁਸੀਂ ਅੱਖਾਂ ਬੰਦ ਨੇ, ਖੋਲ ਪਾ ਰਹੇ ਹੋ ਤੁਸੀਂ ਆਪਣੀਆਂ ਅੱਖਾਂ? You can speak. You can speak. ਬੋਲ ਸਕਦੇ ਹੋ? ਅੱਖਾਂ ਖੋਲ ਰਹੀਆਂ ਨੇ? Consciously. अच्छा पहले नहीं खुल रही सी, फिर खुल गया. ठीक है, ਹੁਣ लॉक करांगे ਹੁਣ नहीं खुलणगियां. ਜੀ। खोलने की कोशिश करो, खुलणगियां नहीं. जितना खोलने की कोशिश करोगे वो टाइट होती जाएगी. और जिद्दां ही मैं चुटकी बजावांगा उतना खोल लोगे. 1, 2, 3. ਹੁਣ पूछो. अंजू कोशिश की थी अक्खा खोलने दी, तो कैसा लग रहा है तब, क्या फील हो रहा था आपको? मैम मैं बिल्कुल नम हूँ, मैंने बहुत ट्राई किया अपनी आंखें खोलने का, बट मेरी आंखें नहीं खुली। और जब एक चुटकी की आवाज़ आई तो कैसे आंखें खुल गई? एक तो सडन मेरी आँख खुल गई, मुझे नहीं पता। ओके, सो यही ਉਹ ਟ੍ਰਿਕਸ ਨੇ ਜੋ ਕੀਤੇ ਜਾਂਦੇ ਨੇ ਲੋਕਾਂ ਤੇ। ਕਿੰਨੀ ਵਾਰ ਉਹਦੇ ਤੇ ਉਹਨੂੰ ਉਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਆਪਣੀ ਅੱਖਾਂ ਖੋਲਣ ਦੀ, ਪਰ ਅੱਖਾਂ ਉਸ ਦੀਆਂ ਇੱਕ ਵਾਰ ਵੀ ਨਹੀਂ ਖੁੱਲੀਆਂ। ਸੋ ਹਰਮਨ ਜੀ, ਜਿਸ ਤਰੀਕੇ ਦੇ ਨਾਲ ਇਹ ਜੋ ਤੁਸੀਂ ਇੱਕ ਲਾਈਵ ਚੀਜ਼ ਹੋਰ ਦਿਖਾਣਾ ਹੈ ਤੁਹਾਨੂੰ. ਜੀ, Just get up. Thank you so much. Thank you. आओ से देख. ओके। I show you something. Now make your whole body stiff. From head to toe, your whole body is stiff.
मैम आप आएंगे एक बार? जनरली किसी इंसान वास्ते ऐसा रहना आसान है? बिल्कुल नहीं, बिल्कुल आसान नहीं है। चलिए एक काम करते हैं मैम, इनके ऊपर बैठ जाइए यहाँ पे। यहाँ बैठ Oh जाइए, बैठ जाइए, my बैठ जाइए God. और कंफर्टेबल होकर बैठे, पूरा जोर डालें। ओके दीक्षा, ਤੁਸੀਂ ਪੂਰਾ ਜ਼ੋਰ लगाया? यस मैम, पूरा वेट मैंने अपनी बॉडी का वेट पूरा मैंने इन पे डाल रखा है, मगर आई एम सरप्राइज। आपका वेट कितना है? आपका वेट 55 kg। ਓਕੇ 55 ਇੱਕ ਔਰ ਜੇਕਰ ਸਿਦਕ ਦੀ ਗੱਲ ਕੀਤੀ ਜਾਏ ਬਹੁਤ ਜ਼ਿਆਦਾ ਸਲਿਮ ਹੈ ਸਿਦਕ ਔਰ 55 kg weight ਉਹਦੇ ਉੱਪਰ ਔਰ ਸਿਦਕ ਇੱਕ ਸੈਕਿੰਡ ਲਈ ਵੀ ਨਹੀਂ ਮੂਵ ਕੀਤੇ। ਹਰਮਨ ਜੀ ਸਿਦਕ ਸੁਣ ਸਕਦੇ ਆ ਮੈਨੂੰ? बोल नहीं सकती, ਬੋਲ ਨਹੀਂ ਸਕਦੇ, ਸੁਣ ਸਕਦੇ सुन रही है। ਓਕੇ मैं ना उन्हें प्रोग्रामिंग तोड़ रहे हैं एक बार। ਜੀ सदक नाउ बी रिलैक्स, 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 रिलैक्स। ਓਕੇ ਸੋ ਇਹ ਸਾਰੀਆਂ ਮਾਈਂਡ ਗੇਮਸ ਨੇ ਹਰਮਨ ਜੀ ਜੋ ਤੁਸੀਂ ਕਰ ਰਹੇ ਹੋ ਔਰ ਕਈ ਚੀਜ਼ਾਂ ਤਾਂ ਖੁਦ ਨੂੰ ਸ਼ੌਕਡ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਪਤਲੀ ਜਿਹੀ ਲੜਕੀ ਤੁਸੀਂ ਕੈਮਰੇ ਤੇ ਦੇਖ ਰਹੇ ਹੋ ਉਹਦੇ ਉੱਪਰ 55 kg ਦੀ ਦੀਕਸ਼ਾ 55 kg ਦੀ ਉਹਦੇ ਉੱਪਰ ਬੈਠੀ ਸੀ रियल वेट था ये मैडम ने दसिया नहीं है। ਲਾਈਕ 50 ਪਲੱਸ ਕਹਿ ਸਕਦੇ ਆ 50 ਪਲੱਸ ਇਸ ਲੜਕੀ ਦੇ ਉੱਤੇ ਬੈਠੀ ਸੀ ਉਸ ਲੜਕੀ ਦੀ ਬਾਡੀ 1% ਮੂਵ ਨਹੀਂ ਕਰ ਰਹੀ ਯਾਨੀ ਕਿ ਕਿੰਨੇ ਸਟਰੋਂਗ ਤਰੀਕੇ ਦੇ ਨਾਲ ਕੋਈ ਬੰਦਾ ਹਿਪਨੋਟਾਈਜ਼ ਹੋ ਸਕਦਾ ਹੈ that is the good example, perfect example। ਸਿੱਧਕ ਤੋਂ ਹਾਂ ਸਿੱਧਕ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹੂੰਗੀ ਜਿਸ ਤਰੀਕੇ ਦੇ ਨਾਲ ਤੁਸੀਂ ਹਿਪਨੋਟਾਈਜ਼ ਹੋਏ ਸੀ ਤੁਸੀਂ ਫੀਲ ਕਰ ਪਾ ਰਹੇ ਸੀ? नहीं बिल्कुल भी नहीं। ਤੁਹਾਡੇ ਉੱਪਰ ਦੀਕਸ਼ਾ ਬੈਠੀ ਸੀ ਉਹਦਾ weight ਸੀ ਫੀਲ ਹੋਇਆ ਕੁਝ? ਨਹੀਂ ਮੈਨੂੰ ਪਤਾ ਹੀ ਨਹੀਂ ਕਿ ਕੌਣ ਬੈਠਾ ਹੈ ਕੌਣ ਨਹੀਂ, ਉਹ ਤਾਂ ਮੈਨੂੰ ਹੁਣ ਦੱਸ ਰਹੇ ਹੋ ਤੁਸੀਂ। ਜੀ ਔਰ ਤੁਹਾਡੇ ਨੀਚੇ ਇੱਕ ਸਟੂਲ ਸੀ ਉਸ ਨੂੰ ਰਿਮੂਵ ਕੀਤਾ ਗਿਆ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਨੀਚੇ ਕੁਝ ਨਹੀਂ ਹੈ? ਮੈਨੂੰ ਕੁਝ ਨਹੀਂ ਪਤਾ। ਲਾਈਕ ਇਹ ਉਹੀ ਚੀਜ਼ਾਂ ਨੇ ਬਾਰ-ਬਾਰ ਰੈਪੀਟਿਡਲੀ ਉਹੀ ਚੀਜ਼ਾਂ ਆਉਂਦੀਆਂ ਨੇ ਕਿ ਕੁਝ ਪਤਾ ਹੀ ਨਹੀਂ ਲੱਗਦਾ ਕਿਵੇਂ ਕੀ ਹੋ ਗਿਆ, ਕੁਝ ਪਤਾ ਹੀ ਨਹੀਂ ਲੱਗਦਾ। ਹਰਮਨ ਜੀ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਕਰ ਲੈਂਦੇ ਹੋ? ਮੇਰੇ ਮਨ 'ਚ ਇਹ ਵੀ ਸਵਾਲ ਹੈ ਕਿ ਕਿਵੇਂ ਇਹ ਸਭ ਹੋ ਸਕਦਾ, ਕਿਵੇਂ ਇਹ ਸਭ ਪੋਸੀਬਲ ਹੈ? मैम दिस इज ऑल अबाउट साइंस। अगर ਅਸੀਂ ਆਪਣੇ ਸਬਕੌਂਸ਼ੀਅਸ ਨੂੰ ਟ੍ਰੇਨ ਕਰ ਲਈ, ਜਿਵੇਂ ਕੁਝ ਲੋਕ ਕਹਿੰਦੇ ਆ ਕਿ ਬਈ ਮੈਂ ਸਵੇਰੇ ਜਲਦੀ ਨਹੀਂ ਉੱਠ ਸਕਦਾ, ਉਹਦਾ ਇੱਕ ਬਿਲੀਫ ਸਿਸਟਮ ਹੈ। कुछ लोग अलार्म लगाते हैं और उन्होंने माइंड की प्रोग्रामिंग है कि एक बारी अलार्म 6 बजे बजेगा, एक 6:05 पे, एक 6:10 पे और एक 6:20 पे, और मैं 6:20 पे उठूंगा। और उन्हें यह काम 3 बारी किया है। जिंदगी च जिन्ना मर्जी जोर लगा लियो 6:20 तो पहले नहीं उठ सकता 6 बजे वाले अलार्म च। ਯੈਸ ਤੇ ਉਹਦੀ ਪ੍ਰੋਗਰਾਮਿੰਗ ਹੈ ਨਾ, ਸਿਮਿਲਰਲੀ ਅਸੀਂ ਇਹਨਾਂ ਦੇ ਮਾਈਂਡ ਦੀ ਪ੍ਰੋਗਰਾਮਿੰਗ ਕੀਤੀ ਹੈ। ਆਮ ਦੈਟ ਆ ਸਿਮਿਲਰ ਚੀਜ਼ ਮੈਂ ਤੁਹਾਡੇ ਨਾਲ ਵੀ ਕਰ ਸਕਦਾ। ਇਟ ਕੈਨ ਬੀ ਪੋਸੀਬਲ, ਇਟ ਕੈਨ ਬੀ ਡਨ। ਸਾਡੀ ਨਾਜ਼ੁਕ ਜੀ ਐਂਕਰ ਨਾਲ ਇਦਾਂ ਨਾ ਕਰਿਓ ਕਿਉਂਕਿ ਦੇਖੋ ਸਵਾਲ ਕਈ ਹੋ ਜਾਂਦੇ ਨੇ ਕਿਉਂਕਿ ਗੱਲ ਕਰਦੇ ਆ, ਗੱਲ ਕਰਦੇ ਕਰਦੇ 4 ਸਵਾਲ ਹੋਰ ਆ ਜਾਂਦੇ ਨੇ। ਮੈਨੂੰ ਲੱਗਦਾ ਹੈ ਕਿ ਕਾਫੀ ਟਾਈਮ ਹੋ ਗਿਆ ਪਰ ਅਸੀਂ ਜਿੱਦਾਂ ਗੱਲ ਕਰਦੇ ਰਵਾਂਗੇ ਉਹਨੇ ਸਵਾਲ ਨਿਕਲਦੇ ਰਹਿਣਗੇ। ਪਰ ਇਹ ਸਾਰੀਆਂ ਚੀਜ਼ਾਂ ਦਿਖਾਈਆਂ, ਅਭਿਸ਼ੇਕ ਸੀਗੇ ਨਾਲ, ਖੁਸ਼ਬੂ ਸੀਗੇ ਨਾਲ ਮੇਰੇ ਸਹਿਯੋਗੀ, ਤੇ ਹਰਮਨ ਜੀ ਸੀਗੇ, ਸਿਦਕ ਸੀਗੇ, ਅੰਜੂ ਸੀਗੇ ਤੇ ਦੀਕਸ਼ਾ ਵੀ ਸੀਗੇ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਈਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਪੋਸੀਬਲ ਹੋ ਸਕਦੀਆਂ ਨੇ। ਕਾਫੀ ਚੀਜ਼ਾਂ ਸੋਸ਼ਲ ਮੀਡੀਆ ਤੇ ਦੇਖ ਕੇ ਤੁਸੀਂ ਕਿਸੇ ਨੂੰ ਅੰਡਰ ਐਸਟੀਮੇਟ ਕਰ ਲੈਂਦੇ ਹੋ, ਕਿਸੇ ਨੂੰ ਚਮਤਕਾਰ ਸੋਚ ਲੈਂਦੇ ਹੋ ਕਿ ਚਮਤਕਾਰ ਹੈ, ਤੇ ਕੋਲ ਜਾਦੂ ਸ਼ਕਤੀਆਂ ਨੇ, ਪਤਾ ਨਹੀਂ ਰੱਬ ਨੇ ਸਿੱਧੀਆਂ ਸ਼ਕਤੀਆਂ ਨੂੰ ਦਿੱਤੀਆਂ ਨੇ। ਪਰ ਇਹ ਸਾਰੀ ਚੀਜ਼ ਸਾਇੰਸ ਹੈਗੀ ਹੈ। ਇਸ ਤਮਾਮ ਚੀਜ਼ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ? ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਮੇਰੇ ਸਹਿਯੋਗੀ ਕਮਲ ਦੇ ਨਾਲ ਸਕਰੋਲ ਪੰਜਾਬ ਟੀਵੀ ਚੰਡੀਗੜ੍ਹ।